ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਸਿਹਤ ਮਾਮਲਿਆਂ ਨੂੰ ਲੈ ਕੇ ਅੱਜ ਅਸੀਂ ਇੱਕ ਵਾਰ ਫੇਰ ਵਿਸ਼ਵ ਪ੍ਰਸਿੱਧ ਡਾਕਟਰ ਅਮਰ ਸਿੰਘ ਆਜ਼ਾਦ ਹੋਣਾ ਕੋਲ ਆਏ ਹਾਂ ਤੇ ਅੱਜ ਦਾ ਵਿਸ਼ਾ ਰਹੇਗਾ ਇਨਫੈਕਸ਼ਨ ਹੋਣ ਦੇ ਮੂਲ ਕਾਰਨ, ਕਿਉਂ ਹੁੰਦਾ ਸਾਨੂੰ ਇਨਫੈਕਸ਼ਨ, ਲਾਗ ਦੀਆਂ ਬਿਮਾਰੀਆਂ ਦੇ ਕੀ ਕਾਰਨ ਨੇ। ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ ਜੀ। ਨਿਊਜ਼ ਏਸ਼ੀਆ ਦੇ ਸਾਰੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਛੂਤ ਦੀਆਂ ਬਿਮਾਰੀਆਂ, ਲਾਗ, ਇਨਫੈਕਸ਼ਨ, ਚਾਹੇ ਇਹਨੂੰ ਨਾਮ ਕੋਈ ਵੀ ਦੇ ਦਿਓ, ਲੇਕਿਨ ਹੁੰਦੀ ਸਾਨੂੰ ਕਿਸੇ ਹੋਰ ਤੋਂ ਹੈ। ਕਿਸੇ ਹੋਰ ਦੇ ਸਰੀਰ ਦੇ ਵਿੱਚ ਆਇਆ ਹੋਇਆ ਕੀਟਾਣੂ ਉਹ ਸਾਡੇ ਸਰੀਰ ਦੇ ਵਿੱਚ ਪ੍ਰਵੇਸ਼ ਕਰ ਜਾਂਦਾ। ਤਾਂ ਚਾਹੇ ਤੁਸੀਂ ਜ਼ੁਕਾਮ ਲੈ ਲਓ, ਚਾਹੇ ਤੁਸੀਂ ਕਰੋਨਾ ਲੈ ਲਓ, ਚਾਹੇ ਤੁਸੀਂ TB ਲੈ ਲਓ, ਹੋਰ ਬਹੁਤ ਸਾਰੀਆਂ ਅਜਿਹੀਆਂ ਬਿਮਾਰੀਆਂ ਨੇ ਜਿਹੜੀਆਂ ਛੂਤ ਦੀਆਂ ਹੁੰਦੀਆਂ ਨੇ, ਲਾਗ ਲੱਗ ਜਾਂਦੀ ਹੈ ਸਾਨੂੰ ਦੂਜਿਆਂ ਤੋਂ। ਕੀ ਇਹੋ ਜਿਹਾ ਸਰੀਰ ਦੇ ਵਿੱਚ ਹੁੰਦਾ ਜਿਹੜਾ ਸਾਡੇ ਸਰੀਰ ਦੇ ਅੰਦਰ ਜਿਹੜਾ ਉਹ ਕੀਟਾਣੂ ਜਿਹੜੇ ਨੇ ਉਹ ਦੂਜੇ ਦੇ ਕੀਟਾਣੂ ਸਾਡੇ ਸਰੀਰ ਦੇ ਅੰਦਰ ਆ ਜਾਂਦੇ ਨੇ, ਪਲਣ ਲੱਗ ਜਾਂਦੇ ਨੇ ਅਤੇ ਸਾਨੂੰ ਵੀ ਬਿਮਾਰ ਕਰ ਦਿੰਦੇ ਨੇ? ਬੜਾ ਜਿਹੜਾ ਅੱਜ ਦਾ ਅਜੋਕਾ ਵਿਸ਼ਾ ਹੈ, ਕਿਉਂਕਿ ਅਸੀਂ ਜਿਸ ਦੌਰ 'ਚੋਂ ਗੁਜ਼ਰ ਰਹੇ ਹਾਂ ਉਹ ਇੱਦਾਂ ਦਾ ਹੀ ਦੌਰ ਹੈ ਕਿ ਹਰ ਬੰਦੇ ਦੇ ਸਵਾਲ 'ਚ ਹੈ ਕਿ ਜਿਹਨੂੰ ਆਪਾਂ ਛੂਤ ਦੀਆਂ ਬਿਮਾਰੀਆਂ ਕਹਿੰਦੇ ਹਾਂ, ਲਾਗ ਦੀਆਂ ਬਿਮਾਰੀਆਂ ਕਹਿੰਦੇ ਹਾਂ ਜਾਂ ਇਨਫੈਕਸ਼ਨਾਂ ਕਹਿੰਦੇ ਹਾਂ, ਇਹ ਕਿਉਂ ਲੱਗਦੀਆਂ ਨੇ। ਮੁੱਖ ਤੌਰ 'ਤੇ ਕੁਲਵੰਤ ਜੀ ਤਿੰਨ ਕਿਸਮ ਦੇ ਸੂਖਸ਼ਮ ਜੀਵ ਨੇ ਜਿਹੜੇ ਜ਼ਿਆਦਾ ਬਿਮਾਰੀਆਂ ਕਰਦੇ ਆ। ਇੱਕ ਤਾਂ ਵਾਇਰਸਿਸ ਨੇ ਜਿਹਦੀ ਅੱਜ ਕੱਲ੍ਹ ਚਰਚਾ ਹੈ ਬਹੁਤ ਜ਼ਿਆਦਾ, ਇੱਕ ਬੈਕਟੀਰੀਆ ਨੇ ਅਤੇ ਤੀਜੇ ਫੰਗਾਈ ਨੇ, ਕੁਛ ਫੰਗਸ ਨੇ, ਹੋਰ ਵੀ ਹੈਗੇ ਵੈਸੇ, ਪਰ ਉਹ ਚਲੋ ਛੋਟਾ ਥੋੜ੍ਹਾ ਰੋਲ ਹੈ ਉਹਨਾਂ ਦਾ। ਇਹ ਤਿੰਨ ਮੁੱਖ ਇਨਫੈਕਸ਼ਨਾਂ ਨੇ ਜਿਹਨਾਂ ਨਾਲ ਮਨੁੱਖ ਨੂੰ ਜਿਹੜਾ ਹੈ ਉਹ ਜਦੋਂ ਬਿਮਾਰ ਹੁੰਦਾ ਜੂਝਣਾ ਪੈਂਦਾ। ਔਰ ਤਿੰਨਾਂ ਬਾਰੇ ਇੱਕ ਗੱਲ ਸਾਨੂੰ ਸਪਸ਼ਟ ਰੂਪ 'ਚ ਸਮਝ ਲੈਣੀ ਚਾਹੀਦੀ ਹੈ ਕਿ ਇਹ ਤਿੰਨੇ ਕਿਤੋਂ ਬਹੁਤਾ ਦੂਰੋਂ ਨਹੀਂ ਆਉਂਦੀਆਂ, ਇਹ ਸਾਡੇ ਆਲੇ ਦੁਆਲੇ ਹੁੰਦੀਆਂ ਨੇ। ਸਾਡੇ ਆਲੇ ਦੁਆਲੇ ਦਾ ਮਤਲਬ ਹੈ ਕਿ ਜਾਂ ਤਾਂ ਮੇਰੇ ਸਰੀਰ 'ਚ ਹੀ ਹੈਗੀਆਂ ਨੇ, ਉਹ ਸਾਡਾ ਸਰੀਰ ਵੀ ਭਰਿਆ ਪਿਆ ਵਾਇਰਸ, ਫੰਗਾਈ ਅਤੇ ਬੈਕਟੀਰੀਆ ਦਾ। ਰੂਟੀਨ 'ਚੋਂ ਸਾਨੂੰ ਕੁਛ ਨਹੀਂ ਕਹਿੰਦੀਆਂ ਬਿਮਾਰੀਆਂ, ਜਦੋਂ ਸਾਡੀ ਇਮਿਊਨਿਟੀ ਲੋ ਹੋ ਜਾਂਦੀ ਤਾਂ ਉਹੀ ਬਿਮਾਰੀ ਖੜ੍ਹ ਜਾਂਦੀ, ਉਹੀ ਉੱਠ ਕੇ ਖੜ੍ਹ ਜਾਂਦੀ ਹੈ। ਜਿਵੇਂ ਆ ਪਿੱਛੇ ਬਲੈਕ ਫੰਗਸ ਦੀ ਆਪਾਂ ਗੱਲ ਕੀਤੀ ਸੀਗੀ, ਹਾਂ ਫੰਗਸ ਦੀ ਗੱਲ ਕੀਤੀ ਸੀ। ਫੰਗਸ ਕਿਸੇ ਬਾਹਰੋਂ ਥੋੜ੍ਹਾ ਆਉਂਦੀ ਹੈ, ਫੰਗਸ ਸਾਡੀ ਬੋਡੀ 'ਤੇ ਹੁੰਦੀ ਹੈ। ਸਰ ਹਵਾ 'ਚ ਹੈਗੀ, ਜਿਹੜੀ ਚੀਜ਼ ਹਵਾ 'ਚ ਹੈਗੀ ਅਤੇ ਪਾਣੀ 'ਚ ਹੈਗੀ ਆ, ਉਹਨੂੰ ਬਾਹਰੋਂ ਆਉਣ ਦੀ ਲੋੜ ਨਹੀਂ ਹੈ, ਉਹ ਸਾਡੇ ਸਰੀਰ 'ਤੇ ਵੀ ਹੁੰਦੀ ਹੈ, ਕਿਉਂਕਿ ਹਵਾ ਦੇ ਵਿੱਚ ਰਹਿੰਦੇ ਹਾਂ ਅਸੀਂ ਇੱਕ ਕਿਸਮ ਦਾ ਹਵਾ ਦੇ ਸਮੁੰਦਰ 'ਚ ਰਹਿ ਰਹੇ ਹਾਂ। ਸਾਨੂੰ ਦਿਖਦੀ ਨਹੀਂ ਹਵਾ। ਹੁਣ ਜਿਹੜਾ ਆਪਾਂ ਸਮੁੰਦਰ ਦੀ ਜੀਵ ਨੂੰ ਕਹਿੰਦੇ, ਸਮੁੰਦਰ ਦੇ ਜੀਵ ਨੇ ਵੀ ਪਾਣੀ 'ਚ ਰਹਿੰਦੇ, ਪਾਣੀ ਦਿਸਦਾ, ਲੇਕਿਨ ਅਸੀਂ ਹਵਾ ਦੇ ਸਮੁੰਦਰ 'ਚ ਰਹਿੰਦੇ ਹਾਂ, ਬਸ ਫਰਕ ਇੰਨਾ ਹੀ ਆ। ਤਾਂ ਉਹ ਜਿਸ ਹਵਾ ਦੇ ਸਮੁੰਦਰ 'ਚ ਅਸੀਂ ਰਹਿੰਦੇ ਹਾਂ, ਉਸ ਹਵਾ ਦੇ ਵਿੱਚ ਵੀ ਹਜ਼ਾਰਾਂ ਲੱਖਾਂ ਵਾਇਰਸਿਸ, ਬੈਕਟੀਰੀਆ, ਫੰਗਾਈ ਨੇ, ਅਤੇ ਉਹ ਸਾਡੇ ਸਰੀਰ 'ਚ ਵੀ ਹੈਗੇ ਆ। ਤਾਂ ਉਹ ਜਿਹੜੇ ਇਹ ਤਾਂ ਹੁਣ ਯੂਨੀਵਰਸਲ ਫੈਕਟ ਹੈ, ਇਹਦੇ 'ਚ ਕੋਈ ਮਤਲਬ ਕਿੰਤੂ ਪਰੰਤੂ ਨਹੀਂ ਹੈ, ਸਾਰੀ ਸਾਇੰਸ ਮੰਨਦੀ ਹੈ। ਹੁਣ ਇੱਕ ਗੱਲ ਜਿਹੜੀ ਕਿ ਆਮ ਤੌਰ 'ਤੇ ਅਸੀਂ ਇਗਨੋਰ ਕਰਦੇ ਹਾਂ, ਉਹਨੂੰ ਥੋੜ੍ਹਾ ਜਿਹਾ ਸਮਝ ਲਈਏ ਕਿ ਇਹਨਾਂ ਦਾ ਸੋਰਸ ਇੱਕ ਹੋਰ ਵੀ ਹੈਗਾ ਬੜਾ ਖਤਰਨਾਕ, ਜਿਹਦੇ ਤੋਂ ਸਾਨੂੰ ਆਉਣ ਵਾਲੇ ਸਮੇਂ 'ਚ ਚੇਤੰਨ ਰਹਿਣਾ ਪੈਣਾ। ਉਹ ਨੇ ਕਿ ਅਸੀਂ ਆਲੇ ਦੁਆਲੇ ਆਪਣੇ, ਕਿਉਂਕਿ ਇਹ ਜਿੱਦਾਂ ਸਾਡੇ ਮਨੁੱਖਾਂ ਦੇ ਜੀਵਨ ਸਰੀਰ 'ਚ ਹੈਗੀਆਂ ਨੇ, ਇਹਦੇ ਬਾਕੀ ਜੀਵ ਜੰਤੂਆਂ ਦੇ ਸਰੀਰਾਂ 'ਚ ਵੀ ਇਹ ਬੈਕਟੀਰੀਆ, ਫੰਗਸ, ਵਾਇਰਸ ਹੈਗੇ ਆ। ਔਰ ਜਿੰਨਾ ਕੁ ਜੀਵ ਸਾਡੇ ਨੇੜੇ ਹੈ ਐਵੋਲਿਊਸ਼ਨ ਦੇ ਤੌਰ 'ਤੇ, ਉਹਦੀਆਂ ਵਾਇਰਸ ਸਾਨੂੰ ਵੀ ਲੱਗ ਸਕਦੀਆਂ ਨੇ। ਠੀਕ ਹੈ। ਉਹ ਇਹੋ ਜਿਹੇ ਜੀਵ ਅਸੀਂ ਆਲੇ ਦੁਆਲੇ ਪੈਦਾ ਕਰ ਲਏ ਹੈ ਜਿਹੜੇ ਕਿ ਕੁਦਰਤੀ ਨਹੀਂ ਹੈਗੇ, ਜਿਹੜੇ ਕਿ ਅਸੀਂ ਇੰਡਸਟਰੀਅਲ ਡਿਵੈਲਪਮੈਂਟ ਦੇ ਵਿੱਚ ਉਹਨੂੰ ਇੱਕ ਖਾਸ ਕਿਸਮ ਦਾ ਜਿਹੜਾ ਅਸੀਂ ਆਲੇ ਦੁਆਲੇ ਆਪਣਾ ਵਿਕਾਸ ਦਾ ਮਾਡਲ ਲਾਗੂ ਕੀਤਾ ਹੈ, ਜਿਹਨੂੰ ਆਪਾਂ ਇੰਡਸਟਰੀਲਾਈਜੇਸ਼ਨ ਕਹਿੰਦੇ ਹਾਂ, ਕਿ ਸਨਅਤੀਕਰਨ ਕੀਤਾ। ਅਸੀਂ ਹਰ ਚੀਜ਼ ਦਾ ਸਨਅਤੀਕਰਨ ਕਰਤਾ, ਖੇਤੀ ਦਾ ਸਨਅਤੀਕਰਨ ਕਰਤਾ, ਮੁਰਗੀ ਪਾਲਣ ਦਾ ਸਨਅਤੀਕਰਨ ਕਰਤਾ ਹੈ, ਡੰਗਰ ਪਾਲਣ ਦਾ ਸਨਅਤੀਕਰਨ ਕਰਤਾ ਹੈ, ਸ਼ਹਿਦ ਦਾ ਸਨਅਤੀਕਰਨ ਕਰਤਾ ਹੈ। ਤਾਂ ਉਹ ਜਿਹੜੇ ਖਾਸ ਕਰਕੇ ਤੁਸੀਂ ਤਿੰਨ ਜੀਵਾਂ ਦੀ ਆਪਾਂ ਗੱਲ ਕਰਦੇ ਹਾਂ ਜਿਹੜੇ ਜ਼ਿਆਦਾ ਖਤਰਨਾਕ ਨੇ ਸਾਨੂੰ। ਮੁਰਗੀ ਹੈ ਜਿਹੜੀ ਫਾਰ ਐਗਜ਼ਾਮਪਲ, ਤੁਸੀਂ ਬਰਡ ਫਲੂ ਦਾ ਨਾਮ ਸੁਣਿਆ ਹੋਣਾ, ਨਵਾਂ ਇੱਕ ਵਾਇਰਸ ਆਇਆ ਜੀ। ਬਰਡ ਫਲੂ ਖਤਰਨਾਕ ਵਾਇਰਸ ਹੈ ਕਿ ਉਹਦੀ ਮੋਰਟੈਲਿਟੀ ਰੇਟ 40-50% ਤੋਂ ਲੈ ਕੇ 70-80% ਤੱਕ ਹੈ, ਕਿ ਜੇ ਹੋ ਜਾਵੇ ਉਹ ਕਿਤੇ ਮੁਲਕਾਂ ਨੂੰ ਤਾਂ 50% ਤੋਂ ਲੈ ਕੇ 70-80% ਆਬਾਦੀ ਉੱਡ ਜਾਏਗੀ। ਚਾਈਨਾ 'ਚ ਆ ਗਿਆ ਜੀ, ਇੱਕ ਬੰਦੇ 'ਚ ਆ ਗਿਆ, ਪਹਿਲਾਂ ਵੀ ਆਇਆ ਸੀ, ਉਹ ਨਵੀਂ ਗੱਲ ਨਹੀਂ, ਪਹਿਲਾਂ ਵੀ ਹੋ ਚੁੱਕੇ ਨੇ ਕੇਸਿਸ। ਉਹ ਹੁਣ ਉਹ ਕਿੱਥੇ ਹੈ ਵਾਇਰਸ, ਉਹ ਵਾਇਰਸ ਦਾ ਸੋਰਸ ਕੀ ਹੈ? ਉਸ ਵਾਇਰਸ ਦਾ ਉਹ ਸੋਰਸ ਉਹ ਮੁਰਗੀਆਂ ਨੇ ਜਿਨ੍ਹਾਂ ਨੂੰ ਅਸੀਂ ਇੰਡਸਟਰੀਅਲ ਤੌਰ 'ਤੇ ਪਾਲ ਰਹੇ ਹਾਂ, ਜਿਨ੍ਹਾਂ ਨੂੰ ਅਸੀਂ ਪਹਿਲੀ ਗੱਲ ਤਾਂ ਜੈਨੇਟਿਕਲੀ ਅਜੀਬ ਜਿਹੇ ਜਾਨਵਰ ਨੇ ਉਹ। ਅਸੀਂ ਉਹਨੂੰ ਧੱਕੇ ਨਾਲ ਉਹਦਾ ਜੀਨ ਬਦਲ ਕੇ ਉਹਨਾਂ ਨੂੰ, ਜਿਵੇਂ ਮੰਨ ਲਓ ਸਾਡੀ ਮੁਰਗੀ ਰੋਜ਼ ਅੰਡਾ ਨਹੀਂ ਸੀ ਦਿੰਦੀ, ਉਹ ਮਹੀਨੇ 'ਚ 15-20 ਦਿਨ ਅੰਡਾ ਦਿੰਦੀ ਸੀ,
ਇਹਨੂੰ ਅਸੀਂ ਦੇ ਕੇ ਹਾਰਮੋਨ ਦੇ ਕੇ ਜੀਨ ਬਦਲ ਕੇ ਉਹਦੇ ਤੋਂ ਉਹਨੂੰ ਅਸੀਂ ਰੋਜ਼ ਅੰਡਾ ਦੇਣ ਲਾਤਾ। ਫਿਰ ਅਸੀਂ ਇੱਕ ਬ੍ਰਾਇਲਰ ਨਾਂ ਦੀ ਚੀਜ਼ ਬਣਾ ਲਈ। ਉਹ ਬ੍ਰਾਇਲਰ ਪਤਾ ਨਹੀਂ ਕੀ ਹੈ, ਉਹ ਅੱਗੇ ਨਾ ਮੇਲ ਹੈ ਨਾ ਫੀਮੇਲ ਹੈ, ਉਹਦਾ ਕੋਈ ਹਿਸਾਬ ਕਿਤਾਬ ਵੀ ਕੋਈ ਨਹੀਂ, ਕਿਵੇਂ ਜੈਨੇਟਿਕਲੀ ਮੋਡੀਫਾਈ ਕੀਤਾ। ਗੁਣ ਕੀ ਲੈਣਾ ਚਾਹਿਆ ਸੀ ਇਹਦਾ ਕਿ ਅੰਡੇ ਜ਼ਿਆਦਾ ਦੇਣ ਜਾਂ ਫਟਾਫਟ ਵੱਡੇ ਹੋਣ, ਤਾਂ ਕਿ ਅਸੀਂ ਫਟਾਫਟ ਮਾਰਕੀਟ ਸਿੱਟੀਏ ਅਤੇ ਪੈਸੇ ਕਮਾਈਏ। ਜਿਹੜਾ ਮੁਰਗਾ ਦੇਸੀ ਮੁਰਗਾ ਸਾਲਾਂ 'ਚ ਜਾ ਕੇ ਹੋਏਗਾ ਖਾਣ ਜੋਗਾ, ਅਤੇ ਜਿਹੜਾ ਬ੍ਰਾਇਲਰ ਦਾ 3 ਮਹੀਨੇ 'ਚ ਹੋ ਜਾਣਾ। ਤੇ ਫਿਰ ਉਹਦਾ ਨੁਕਸਾਨ ਵੀ ਹੋਏਗਾ ਜੀ ਜਿਹੜਾ ਬੋਇਲਰ ਦਾ। ਹਾਂ, ਇਹੀ ਦੱਸਣ ਲੱਗਿਆ ਨਾ ਤੁਹਾਨੂੰ ਵੀ ਜਿਹੜੇ ਉਹ ਜੀਵ ਨੇ ਜਿਹਨੂੰ ਅਸੀਂ ਅੰਗਰੇਜ਼ੀ 'ਚ ਕਹਿੰਦੇ ਬਾਇਓਲੋਜੀਕਲੀ ਵੀਕ ਨੇ, ਉਹ ਕੁਦਰਤੀ ਜੀਵ ਨਹੀਂ ਹੈਗੇ, ਉਹ ਬਾਇਓਲੋਜੀਕਲੀ ਵੀਕ ਨੇ। ਉਹ ਵੀਕ ਜੀਵਾਂ ਨਾਲ ਸਾਨੂੰ ਕਿੱਦਾਂ ਵਿਚਰਨਾ ਪੈਂਦਾ ਕਿ ਉਹਨਾਂ ਦੇ ਉੱਪਰ ਦੇ ਐਂਟੀਬਾਇਓਟਿਕ ਦੇ ਦਵਾਈਆਂ ਦੇ ਕੁਛ ਨਾ ਕੁਛ ਦੇ ਕੇ ਅਸੀਂ ਉਹਨਾਂ ਨੂੰ ਬਚਾ ਕੇ ਰੱਖਦੇ ਇਨਫੈਕਸ਼ਨਾਂ ਤੋਂ, ਤਾਂ ਕਿ ਉਹ ਫਟਾਫਟ ਵੱਡੇ ਹੋਣ ਅਤੇ ਸਾਡੇ ਕੋਲ ਫਟਾਫਟ ਨੋਟ ਆਉਣ। ਫਿਰ ਅਸੀਂ ਉਹਨੂੰ ਹਿੱਲਣ ਜੁਲਣ ਨਹੀਂ ਦਿੰਦੇ। ਇੰਨੇ ਭੀੜੇ ਥਾਵਾਂ 'ਚ ਰੱਖਿਆ ਹੋਇਆ ਸੀ ਉਹਨਾਂ ਨੂੰ ਕਿ ਉਹ ਮੁਰਗੀ ਖਾਣਾ ਤੁਸੀਂ ਜਾ ਕੇ ਦੇਖਿਓ, ਤੁਹਾਨੂੰ ਮਤਲਬ ਤਰਸ ਆਏਗਾ ਉਹਨਾਂ ਵਿਚਾਰੀਆਂ 'ਤੇ ਵੀ ਐ ਹਿੱਲਣ ਦਾ ਵੀ ਉਹਨਾਂ ਕੋਲ ਥਾਂ ਨਹੀਂ ਹੈ। ਉਨੇ ਕਿ ਉਹ ਢਾਂਚੇ 'ਚ ਖੜੀਆਂ ਨੇ, ਉੱਥੇ ਉਹ ਦਿਨ ਰਾਤ ਦਾਣਾ ਚੁਗੀ ਜਾਂਦੀਆਂ ਨੇ ਅਤੇ ਉੱਥੇ ਅੰਡੇ ਦੇ ਜਾਂਦੀਆਂ ਨੇ। ਜਦੋਂ ਅੰਡੇ ਦੇਣ ਵੜ ਜਾਂਦੇ ਫਿਰ ਉਹਨੂੰ ਕੱਟਣ ਲਈ ਭੇਜ ਦਿੰਦੇ ਆ। ਜਿਹੜੀ ਮੁਰਗੀ ਲਗਾਤਾਰ ਖੜੀ ਹੈ ਔਰ ਉਹਨੂੰ ਨਕਲੀ ਲਾਈਟਾਂ ਰਾਤ ਨੂੰ ਵੀ ਲਾਈਟਾਂ ਜਗਾ ਕੇ ਰੱਖੀਆਂ ਜਾਂਦੀਆਂ ਨੇ। ਤੁਸੀਂ ਨੋਟ ਕੀਤਾ ਹੋਣਾ ਮੁਰਗੀ ਖਾਨੇ 'ਚ ਰਾਤ ਨੂੰ ਤੇਜ਼ ਲਾਈਟਾਂ ਜਗਾਉਂਦੇ ਆ। ਕਿਉਂ? ਜੇ ਹਨੇਰਾ ਕਰ ਦੋ ਸੌਂ ਜਾਂਦੀਆਂ ਨੇ, ਉਹ ਫੀਡ ਨਹੀਂ ਖਾਣਗੀਆਂ ਤਾਂ ਉਹਦਾ ਰੇਟ ਜਿਹੜਾ ਉਹਦਾ ਵਧਣ ਦਾ ਰੇਟ ਆ ਘੱਟ ਜਾਂਦਾ, ਨੋਟ ਘੱਟ ਜਾਂਦੇ ਆ। ਹੁਣ ਤੁਸੀਂ ਜਿਸ ਜੀਵ ਨੂੰ, ਪਹਿਲੀ ਗੱਲ ਤਾਂ ਉਹਨੂੰ ਇਹ ਨਹੀਂ ਪਤਾ ਕਿੱਦਾਂ ਬਣਾਇਆ ਤੁਸੀਂ, ਫਿਰ ਜੋ ਦੇ ਐਂਟੀਬਾਇਓਟਿਕ ਦੇ ਕੈਮੀਕਲ, ਉਹ ਫਿਰ ਅਸੀਂ ਜਿਸ ਵਾਤਾਵਰਨ ਦੇਖਿਆ ਕਿੰਨੇ ਸਟ੍ਰੈਸ 'ਚ ਨੇ ਉਹ। ਹੁਣ ਮੁਰਗੀ ਦਾ ਪੰਛੀ ਦਾ ਗੁਣ ਧਰਮ ਕੀ ਹੈ? ਇਹ ਮੁਰਗੀ ਖੁੱਲ੍ਹਾ ਫਿਰਨਾ ਚਾਹੁੰਦੀ ਹੈ। ਤੁਸੀਂ ਦੇਸੀ ਮੁਰਗੀਆਂ ਦੇਖੀਆਂ ਫਿਰਦੀਆਂ, ਕੋਈ ਨਾ ਆਨੰਦ 'ਚ ਹੁੰਦੀਆਂ ਨੇ, ਉਹ ਚੁਗਦੀਆਂ ਫਿਰਦੀਆਂ ਨੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ। ਮੁਰਗੀ ਦੇ ਪਿੱਛੇ 6 ਬੱਚੇ ਹੁੰਦੇ ਆ, 10 ਬੱਚੇ ਹੁੰਦੇ ਆ। ਤਾਂ ਇਹ ਸਾਰਾ ਵਰਤਾਰਾ ਨੇਚੁਰਲ ਨਾ ਹੋ ਕੇ ਅਸੀਂ ਨਕਲੀ ਆਪਣੇ ਆਪ ਦਾ ਖੜਾ ਕਰਤਾ, ਜਿਹਨੂੰ ਅਸੀਂ ਕਹਿੰਦੇ ਇੰਡਸਟਰੀਅਲ ਪੋਲਟਰੀ। ਇਸੇ ਤਰ੍ਹਾਂ ਇੰਡਸਟਰੀਅਲ ਪਿਗਰੀ ਹੈ। ਤੁਸੀਂ ਕਦੀ ਪਿਗਰੀ ਦੇਖੀ ਹੋਵੇ, ਪਿਗਰੀ ਦੇ ਇਹੀ ਹਾਲ ਹੈ। ਉਹਨਾਂ ਨੂੰ ਮੈਂ ਫਸਾ ਰੱਖਿਆ ਹੁੰਦਾ ਆਪਣੇ ਪਿੰਜਰੇ ਜਿਹੇ 'ਚ, ਉਹ ਸਾਰਾ ਦਿਨ ਖਾਈ ਜਾਂਦੇ, ਉਹ ਖਾਈ ਜਾਂਦੇ, ਵੱਡੇ ਹੋ ਜਾਂਦੇ, ਫਿਰ ਮੀਟ ਵਿਕਦਾ ਹੁੰਦਾ। ਔਰ ਸਾਡੇ ਤਾਂ ਗਾਵਾਂ ਦਾ ਘੱਟ ਚੱਲ ਜਾਣਾ, ਲੇਕਿਨ ਤੁਸੀਂ ਪੱਛਮੀ ਮੁਲਕਾਂ ਚਲੇ ਜਾਓ, ਸੇਮ ਹਾਲਤ ਤੋਂ ਗਾਵਾਂ ਦੀ ਕਰਦੇ ਆ। ਉਹਨੂੰ ਦੇ ਹਾਰਮੋਨ ਦੇ ਕੈਮੀਕਲ। ਹੁਣ ਇਹ ਕੀ ਹੋਇਆ ਕਿ ਇਹ ਜਿਹੜਾ ਅਸੀਂ ਸਾਰਾ ਆਲੇ ਦੁਆਲੇ ਆਪਣੀ ਫੌਜ ਖੜੀ ਕਰ ਲਈ ਹੈ, ਜਿਹਨੂੰ ਇੰਡਸਟਰੀਅਲ ਜਿਹੜੀ ਦੀ ਪੋਲਟਰੀ ਹੈ ਜਾਂ ਪਿਗਰੀ ਹੈ ਜਾਂ ਕੈਟਲ ਫਾਰਮਿੰਗ ਹੈ, ਉਹ ਕੀ ਨੇ ਬਾਇਓਲੋਜੀਕਲੀ ਵੀਕ ਨੇ, ਅਤੇ ਉਹਨਾਂ ਦੇ ਵਿੱਚ ਉਹ ਜਿਹੜੀਆਂ ਵਾਇਰਸਿਸ ਨੇ ਬਹੁਤ ਸਟਰੋਂਗ ਨੇ। ਅਤੇ ਜੇ ਉਹ ਜਿਵੇਂ ਬਰਡ ਫਲੂ ਹੈ, ਬਰਡ ਫਲੂ ਮੁਰਗੀ ਖਾਨੇ 'ਚ ਹੀ ਫੈਲਦਾ। ਬਰਡ ਫਲੂ ਜੰਗਲੀ ਜੀਵਾਂ 'ਚ ਨਹੀਂ ਹੁੰਦਾ। ਉਹੀ ਵਾਇਰਸ ਜੰਗਲੀ ਜੀਵ ਨੂੰ ਨਹੀਂ ਹੋਏਗੀ, ਉਹ ਕਿਹਨੂੰ ਹੋਏਗੀ? ਮੁਰਗੀ ਖਾਨੇ 'ਚ ਹੋਏਗੀ। ਲੇਕਿਨ ਵਾਇਰਸ ਤਾਂ ਹੈਗੀ ਆ, ਵਾਇਰਸ ਸਾਰੇ ਬਰਡਸ ਹੀ ਆ। ਇਹ ਤਾਂ ਨਹੀਂ ਹੈਗੀ ਕਿ ਵਾਇਰਸ ਕਰੇ ਮੁਰਗੀਆਂ ਦੀ ਆ, ਲੇਕਿਨ ਮੁਰਗੀਆਂ ਨੂੰ ਉਹ ਵੱਧ ਮਾਰੂਗਾ। ਬਾਕੀ ਜੀਵਾਂ ਨੂੰ ਕੁਛ ਨਹੀਂ ਕਹਿੰਦੀ, ਬਾਕੀ ਜੀਵਾਂ ਆਰਾਮ ਨਾਲ ਫਿਰਦੀ ਰਹਿੰਦੀ ਆ। ਵਾਇਰਸ ਨੇ ਮਾਰ ਕੇ ਥੋੜ੍ਹਾ ਕੁਛ ਲੈਣਾ। ਵਾਇਰਸ ਨੇ ਵਾਇਰਸ ਦਾ ਘਰ ਹੈ, ਵੱਡੇ ਜੀਵ ਜੰਤੂ ਨੇ, ਵਾਇਰਸ ਉਹਨਾਂ ਦਾ ਘਰ ਹੈ। ਉਹਨਾਂ ਨੂੰ ਮਾਰਨ ਬਣਾਉਣ ਨਾਲ ਤੁਹਾਨੂੰ ਕੋਈ ਤਲਕ ਨਹੀਂ ਉਹਨਾਂ ਦਾ ਤਾਂ ਆਪਣੇ ਆਪ ਨੂੰ ਮਲਟੀਪਲਾਈ ਕਰਨ ਚੱਲੇਗਾ। ਸੋ ਇੱਦਾਂ ਦਾ ਜਿਹੜਾ ਤੁਸੀਂ ਫੌਜ ਇਕੱਠੀ ਕਰ ਲਈ ਆਲੇ ਦੁਆਲੇ, ਚਾਹੇ ਉਹ ਮੁਰਗੀ ਖਾਨਾ ਹੈ, ਚਾਹੇ ਉਹ ਪਿਗਰੀ ਹੈ, ਤਾਂ ਉਹ ਤੁਸੀਂ ਵੈਲਨਰੇਬਲ ਹੋ ਗਏ ਹੁਣ, ਹੈ ਨਾ। ਤੁਸੀਂ ਵੈਲਨਰੇਬਲ ਹੋ ਗਏ, ਪਰ ਤੁਸੀਂ ਨੋਟ ਕੀਤਾ ਹੋਣਾ ਕਿ ਬਰਡ ਫਲੂ ਅਜੇ ਵੀ ਮਨੁੱਖਾਂ 'ਚ ਨਹੀਂ ਫੈਲਿਆ। ਕਿਉਂ? ਕਿਉਂਕਿ ਵਾਇਰਸ ਮਨੁੱਖ 'ਚ ਆ ਕੇ ਮਨੁੱਖ ਨੂੰ ਬਿਮਾਰ ਅਜੇ ਨਹੀਂ ਕਰ ਸਕਦੀ। ਅਜੇ ਮਨੁੱਖ ਦੀ ਇਮਿਊਨਿਟੀ ਇੰਨੀ ਲੋ ਨਹੀਂ ਗਈ ਕਿ ਉਹਨਾਂ ਦੇ ਲੈਵਲ 'ਤੇ ਚੱਲ ਜਾਵੇ। ਉਹਦਾ ਦੀ ਇਮਿਊਨਿਟੀ ਬਹੁਤ ਲੋ ਹੈ, ਉਹਨਾਂ ਦੇ ਜੀਨ ਵੀ ਲੋ, ਸਿੰਥੈਟਿਕ ਨੇ, ਇੰਡਸਟਰੀਅਲ ਬਣਾਏ ਹੋਏ ਆ, ਉਹਨੂੰ ਕੈਮੀਕਲ ਬਹੁਤ ਜ਼ਿਆਦਾ ਪਾਏ ਜਾਂਦੇ ਆ, ਬਹੁਤ ਸਟ੍ਰੈਸ 'ਚ ਰੱਖੀਆਂ ਜਾਂਦੀਆਂ ਨੇ, ਰਾਤ ਨੂੰ ਸੌਣ ਨਹੀਂ ਦਿੱਤਾ ਜਾਂਦਾ। ਤਾਂ ਸਾਰਾ ਜਿਹੜਾ ਵਰਤਾਰਾ ਕਿਤੇ ਨਾ ਕਿਤੇ ਉਹ ਇੱਦਾਂ ਦਾ ਹੈ ਕਿ ਉਹਨਾਂ ਦੀ ਇਮਿਊਨਿਟੀ ਬਹੁਤ ਲੋ ਹੈ। ਇਸ ਕਰਕੇ ਉਹ ਵਾਇਰਸ ਉਹਨਾਂ ਲਈ ਤਾਂ ਮਾਰੂ ਨੇ, ਪੂਰੇ ਦਾ ਪੂਰਾ ਮੁਰਗੀ ਖਾਨਾ ਮਰ ਜਾਂਦਾ, ਲੱਖਾਂ ਬਰਡਸ ਮਰ ਜਾਂਦੇ ਆ ਜਦੋਂ ਉਹ ਵਾਇਰਸ ਫੈਲਦੀ ਹੈ। ਲੇਕਿਨ ਮਨੁੱਖ ਨੂੰ ਨਹੀਂ ਹੁੰਦਾ। ਜਿਹਨਾਂ ਮਨੁੱਖਾਂ ਨੂੰ ਇੱਕਾ ਦੁੱਕਾ ਨੂੰ ਹੋਈ ਹੈ, ਉਹਨਾਂ ਨੂੰ ਹੋਈ ਹੈ ਜਿਹੜੇ ਉੱਥੇ ਪੋਲਟਰੀ 'ਚ ਰਹਿੰਦੇ ਆ, ਉਹਨੂੰ ਪਾਲਦੇ ਆ। ਉਸ ਤੋਂ ਅੱਗੇ ਨਹੀਂ ਫੈਲਦੀ, ਫਿਰ ਉਸ ਤੋਂ ਅੱਗੇ ਨਵੇਂ ਮਨੁੱਖਾਂ ਨੂੰ ਨਹੀਂ ਹੁੰਦੀ, ਕਿਉਂਕਿ ਉਹਨੂੰ ਤਾਂ ਬਹੁਤ ਜ਼ਿਆਦਾ ਡੋਜ਼ ਚਲੀ ਗਈ ਨਾ, ਬਹੁਤ ਜ਼ਿਆਦਾ ਡੋਜ਼ ਹੈ ਕਿ ਉਹਨੂੰ ਥੋੜ੍ਹਾ ਬਿਮਾਰ ਕਰ ਦਿੰਦੀ ਹੈ। ਲੇਕਿਨ ਅੱਗੇ ਉਹ ਜਦੋਂ ਬਾਕੀ ਬਹੁਤ ਵੱਡੇ ਪੱਧਰ 'ਤੇ ਨਹੀਂ ਫੈਲਦੀ। ਹੁਣ ਮੰਨ ਲਓ ਅਸੀਂ ਆਪਣੀ ਇਮਿਊਨਿਟੀ ਲੋ ਕਰ ਲਈਏ ਉਸੇ ਲੈਵਲ 'ਤੇ, ਜਿਸ ਲੈਵਲ 'ਤੇ ਅਸੀਂ ਉਹਨਾਂ ਦੀ ਇਮਿਊਨਿਟੀ ਲੈ ਗਏ ਹਾਂ, ਉਹ ਅਸੀਂ ਕਰ ਰਹੇ ਹਾਂ। ਅਸੀਂ ਆਪਣੀ ਇਮਿਊਨਿਟੀ ਦਾ ਇੱਦਾਂ ਹੀ ਸੱਤਿਆਨਾਸ਼ ਮਾਰ ਰਹੇ ਹਾਂ। ਆਪਣਾ ਜਿਹੜਾ ਸਾਡਾ ਜੀਵਨ ਜਾਂਚ ਹੈ, ਸਾਡੀ ਜਿਹੜਾ ਸਾਡੀ ਦਿਨਚਰਿਆ ਸਾਡੀ, ਉਹ ਅਸੀਂ ਇੱਦਾਂ ਦੀ ਬਣਾ ਲਈ ਹੈ ਕਿ ਤੁਸੀਂ ਅੱਜ ਤੋਂ 60 ਸਾਲ ਪਹਿਲਾਂ ਦੀ ਜਿਸ ਮਨੁੱਖ ਦੀ ਦਿਨਚਰਿਆ ਸੀ, ਉਹਦੇ ਨਾਲ ਬਹੁਤ ਹੀ ਭਿੰਨਾ। ਸਾਡਾ ਖਾਣ ਪੀਣ ਬਹੁਤ ਮਾੜਾ ਹੈ, ਸਾਡੀ ਹਵਾ ਪੋਲਿਊਟਡ ਹੈ, ਸਾਡਾ ਪਾਣੀ ਪੋਲਿਊਟਡ ਹੈ, ਅਸੀਂ ਬਹੁਤ ਤਣਾਅ 'ਚ ਜਿਉ ਰਹੇ ਹਾਂ, ਹੱਦ ਦਰਜੇ ਤਣਾਅ 'ਚ ਜਿਉ ਰਹੇ ਹਾਂ।
ਕੋਈ ਖੁਸ਼ੀ ਨਹੀਂ ਸਾਡੇ ਚਿਹਰਿਆਂ 'ਤੇ, ਕੋਈ ਰੌਣਕ ਨਹੀਂ ਹੈ, ਕੋਈ ਅਸੀਂ ਹੱਸਦੇ ਨਹੀਂ, ਨੱਚਦੇ ਨਹੀਂ, ਟੱਪਦੇ ਨਹੀਂ। ਅੱਜ ਇਸ ਮਹਾਂਮਾਰੀ 'ਚ ਤਾਂ ਸੁੱਖ ਨਾਲ ਉਹੀ ਇੰਨੇ ਲੋਕ ਬੇਆਸਰਾ ਔਰ ਯਤੀਮ ਹੋ ਗਏ ਹੈ ਕਿ ਕੋਈ ਵੀ ਖੁਸ਼ੀ ਵਾਲੀ ਗੱਲ ਨਹੀਂ ਕਰਦੇ। ਉਹ ਇਹ ਸਾਰਾ ਵਰਤਾਰਾ ਕੀ ਹੈ ਕਿ ਅਸੀਂ ਆਪਣੀ ਇਮਿਊਨਿਟੀ ਨੂੰ ਲੋ ਕਰ ਰਹੇ ਹਾਂ। ਔਰ ਕੱਲ੍ਹ ਨੂੰ ਇਹ ਹੋਏਗਾ ਕਿ ਇਹ ਵਾਇਰਸ ਜਿਹੜੀਆਂ ਨੇ, ਉਹ ਜਿਹੜੀਆਂ ਵਾਇਰਸ ਤੁਹਾਨੂੰ ਹੁਣ ਅੱਜ ਨਹੀਂ ਲੱਗ ਰਹੀਆਂ, ਕੱਲ੍ਹ ਨੂੰ ਲੱਗਣੀਆਂ ਸ਼ੁਰੂ ਹੋ ਜਾਣਗੀਆਂ। ਡਾਕਟਰ ਸਾਹਿਬ ਤਾਂ ਇਹ ਵਰਤਾਰਾ ਜਿਹੜਾ ਹੈ, ਇਹਨੂੰ ਆਪਾਂ ਯਾਦ ਰੱਖੀਏ ਕਿ ਇਹ ਜਿਹੜੀਆਂ ਵਾਇਰਸ ਦੇ ਬੈਕਟੀਰੀਆ ਨੇ ਸਾਡੇ ਆਲੇ ਦੁਆਲੇ ਹੈਗੇ ਆ, ਅਤੇ ਸਾਨੂੰ ਸਿਰਫ ਆਪਣਾ ਖਿਆਲ ਨਹੀਂ ਰੱਖਣਾ ਆਪਣੀ ਸਿਹਤ ਦਾ, ਆਪਣੇ ਆਲੇ ਦੁਆਲੇ ਜਿਹੜਾ ਜੀਵ ਜੰਤੂ ਹੈ ਉਹਦਾ ਵੀ ਖਿਆਲ ਰੱਖਣਾ, ਉਹ ਵੀ ਬਾਇਓਲੋਜੀਕਲੀ ਸਟਰੋਂਗ ਹੋਣ। ਸਾਨੂੰ ਦੇਸੀ ਮੁਰਗੀਆਂ ਪਾਲਣੀਆਂ ਨੇ, ਨਕਲੀ ਇੰਡਸਟਰੀਅਲ ਫਾਰਮਿੰਗ ਕਰਦੀ ਜਾਏ। ਸਾਨੂੰ ਜੇ ਅਗਰ ਸੂਰ ਵੀ ਚਾਹੀਦੇ ਆ ਮੀਟ ਖਾਣ ਲਈ, ਜਾਂ ਗਾਵਾਂ ਚਾਹੀਦੀਆਂ ਨੇ ਜਿਨ੍ਹਾਂ ਨੂੰ ਵੈਸਟਰਨ ਕੰਟਰੀ ਵਾਲਿਆਂ ਨੂੰ, ਜਾਂ ਬੱਕਰੀਆਂ ਚਾਹੀਦੀਆਂ ਨੇ, ਤਾਂ ਉਹ ਨੇਚੁਰਲ ਚਾਹੀਦੀਆਂ ਸਾਨੂੰ, ਤਾਂ ਕਿ ਉਹਨਾਂ ਦੀ ਉਹ ਬਾਇਓਲੋਜੀਕਲੀ ਸਟਰੋਂਗ ਹੋਣ ਅਤੇ ਉਹਨਾਂ ਨੂੰ ਬਿਮਾਰੀਆਂ ਘੱਟ ਪਕੜਨ। ਜੇ ਉਹਨਾਂ ਨੂੰ ਬਿਮਾਰੀਆਂ ਘੱਟ ਪਕੜਨਗੀਆਂ, ਉਹਨਾਂ 'ਚ ਉਹ ਬਿਮਾਰੀਆਂ ਵਧਣ ਫੁੱਲਣਗੀਆਂ ਨਹੀਂ ਜ਼ਿਆਦਾ, ਅਤੇ ਸਾਡੇ ਲਈ ਖਤਰਾ ਨਹੀਂ ਪੈਦਾ ਹੋਣਗੀਆਂ। ਸੋ ਇਸ ਕਰਕੇ ਇਹ ਜਿਹੜਾ ਵਰਤਾਰਾ ਆਪਣਾ ਜਿਹੜਾ ਸਾਡੇ ਜੀਵ ਜੰਤੂ ਨੇ, ਜਿਹੜੇ ਸੂਖਸ਼ਮ ਜੀਵ ਨੇ, ਇਹ ਸਾਡੇ ਆਲੇ ਦੁਆਲੇ ਹੁੰਦੇ ਆ। ਇਸ ਕਰਕੇ ਇਹਨਾਂ ਨੂੰ ਕਿਤੋਂ ਬਾਹਰੋਂ ਆਉਣ ਦੀ ਲੋੜ ਨਹੀਂ ਹੁੰਦੀ। ਹਾਂ, ਅੱਜ ਦੇ ਯੁੱਗ ਦੇ ਅੰਦਰ ਜਿਵੇਂ ਹੁਣ ਸਰਕਾਰਾਂ ਇੱਕ ਦੂਜੇ 'ਤੇ ਐਲੀਗੇਸ਼ਨ ਲਾ ਰਹੀਆਂ ਨੇ ਬਾਇਓ ਟੈਰਰਿਜ਼ਮ ਦੇ, ਤਾਂ ਇਹਦਾ ਮਤਲਬ ਲੈਬਸ ਦੇ ਅੰਦਰ ਵੀ ਇਹਨਾਂ ਸੂਖਸ਼ਮ ਜੀਵਾਂ ਨਾਲ ਐਕਸਪੈਰੀਮੈਂਟੇਸ਼ਨ ਹੁੰਦੀ ਹੈ। ਉਹ ਇੱਕ ਵੱਖਰੀ ਸੋਰਸ ਹੈਗੀ ਜਿਹੜੀ ਕਿ ਮਾਡਰਨ ਯੁੱਗ ਦਾ ਮਨੁੱਖ ਇੱਕ ਨਵੀਂ ਸੋਰਸ ਨਾਲ ਹੁਣ ਦੋ ਚਾਰ ਹੋਣ ਜਾ ਰਿਹਾ ਕਿ ਲੈਬਸ ਦੇ ਅੰਦਰ ਜਿਹੜੀ ਬਹੁਤ ਜ਼ਿਆਦਾ ਰਿਸਰਚ ਹੁੰਦੀ ਹੈ ਇਹਨਾਂ ਸੂਖਸ਼ਮ ਜੀਵਾਂ ਦੇ ਉੱਪਰ, ਉਹ ਰਿਸਰਚ ਵੀ ਕਿਤੇ ਨਾ ਕਿਤੇ ਕੱਲ੍ਹ ਨੂੰ ਐਕਸੀਡੈਂਟਲੀ ਲੀਕ ਕਰਕੇ ਜਾਂ ਕੋਈ ਸ਼ਰਾਰਤ ਕਰਕੇ ਵੀ ਇੱਕ ਨਵੀਂ ਕਿਸਮ ਦੀ ਕੋਈ ਵਾਇਰਸ ਜਾਂ ਬੈਕਟੀਰੀਆ ਜਿਹੜਾ ਜਿਹਦੇ ਪ੍ਰਤੀ ਕਿ ਅਸੀਂ ਬਿਲਕੁਲ ਹੀ ਇਮਿਊਨਿਟੀ ਨਹੀਂ ਹੈ ਸਾਡੀ, ਉਹਦੇ ਨਾਲ ਵੀ ਦੋ ਚਾਰ ਹੋਣਾ ਪੈ ਸਕਦਾ। ਡਾਕਟਰ ਸਾਹਿਬ ਇੱਕ ਚੀਜ਼ ਤੁਸੀਂ ਦੱਸੀ ਹੈ ਵੀ ਜਿਹੜੇ ਪਾਲਤੂ ਜਾਨਵਰ ਨੇ ਜਾਂ ਜਿਹੜੇ ਇੰਡਸਟਰੀਅਲ ਪਰਪਸ ਦੇ ਨਾਲ ਅਸੀਂ ਜਿਹੜੇ ਉਹਨਾਂ ਨੂੰ ਪਾਲਦੇ ਹੈਗੇ ਹਾਂ, ਉਹਨਾਂ ਦੇ ਵਿੱਚ ਜਿਹੜੇ ਵਾਇਰਸਿਸ ਆਉਂਦੇ ਨੇ ਉਹ ਸਾਨੂੰ ਜਿਹੜੇ ਹੈ ਅਟੈਕ ਵੱਧ ਕਰ ਜਾਂਦੇ ਨੇ, ਅਤੇ ਉਹਨਾਂ ਦੇ ਕਾਰਨ ਸਾਨੂੰ ਜਿਹੜੀ ਆ ਉਹ ਇਮਿਊਨਿਟੀ ਜਿਹੜੀ ਆ ਉਹ ਸਾਡੀ ਲੋ ਵੀ ਜਿਹੜੀ ਹੁੰਦੀ ਆ ਉਹਨਾਂ ਨੂੰ ਜਿਹੜਾ ਉਹ ਮਾਰ ਕਰਦੇ ਨੇ। ਅਤੇ ਕੀ ਜਿਹੜੇ ਪਾਲਤੂ ਜਾਨਵਰ ਆਪਾਂ ਘਰਾਂ ਦੇ ਵਿੱਚ ਪਾਲਦੇ ਹਾਂ, ਜਿਹੜੇ ਜਿਵੇਂ ਕੁੱਤਾ ਹੋ ਗਿਆ, ਜਿਵੇਂ ਕੋਈ ਮਤਲਬ ਪੰਛੀ ਹੋ ਗਏ, ਉਹਨਾਂ ਤੋਂ ਵੀ ਸਾਨੂੰ ਵਾਇਰਸ ਜਿਹੜੇ ਹੁੰਦੇ ਨੇ ਉਹਨਾਂ ਤੋਂ ਵੀ ਸਾਨੂੰ ਖਤਰਾ ਹੁੰਦਾ ਜੀ? ਬਿਲਕੁਲ ਉਹ ਡਿਪੈਂਡ ਕਰੇਗਾ ਕਿ ਜਿਹੜੇ ਕੁੱਤੇ ਦੀ ਵਾਇਰਸ, ਹੁਣ ਕੁੱਤੇ ਦੀ ਰੇਬੀਜ਼ ਦੀ ਵਾਇਰਸ ਹੈ ਫਾਰ ਐਗਜ਼ਾਮਪਲ, ਹਲਕਾ ਦੀ ਬਿਮਾਰੀ ਨਹੀਂ ਹੁੰਦੀ, ਉਹ ਕੁੱਤੇ ਤੋਂ ਹੁੰਦੀ ਆਪਾਂ ਨੂੰ ਜ਼ਿਆਦਾ, ਬਾਕੀ ਜਾਨਵਰ ਤਾਂ ਆਪਣਾ ਬਹੁਤਾ ਤਾਲਮੇਲ ਨਹੀਂ ਹੁੰਦਾ। ਇਹਦਾ ਡੌਗ ਟੇਪ ਵਾਰਮ ਨਾਂ ਦੀ ਚੀਜ਼ ਹੈ, ਡੌਗ ਟੇਪ ਵਾਰਮ ਹੈ, ਹੈਡੇਟਡ ਸਿਸਟ ਕਹਿੰਦੇ ਉਹਨੂੰ, ਉਹ ਵੀ ਹੋ ਜਾਂਦਾ। ਇਹਦਾ ਬਿੱਲੀਆਂ ਤੋਂ ਹੁੰਦੀ ਹੈ, ਬਿੱਲੀਆਂ ਤੋਂ ਵੀ ਜਿਹੜੇ ਪੈਰਾਸਾਈਟ ਆ ਜਾਂਦੇ ਆ। ਤਾਂ ਇਹ ਜਿਹੜੇ ਜਾਨਵਰ ਅਸੀਂ ਪਾਲਦੇ ਹਾਂ ਤਾਂ ਹੀ ਅਸੀਂ ਉਹਨਾਂ ਨੂੰ ਬਹੁਤ ਸਾਫ਼ ਸੁਥਰਾ ਰੱਖਦੇ ਹਾਂ, ਬਹੁਤ ਉਹਨੂੰ ਸੈਰ ਕਰਾਉਣੇ ਆ, ਘੁਮਾਉਣੇ ਫਿਰਾਉਣੇ ਆ, ਹੈਲਦੀ ਡਾਈਟ ਦਿੰਦੇ ਹਾਂ, ਤਾਂ ਕਿ ਉਹ ਜਿਹੜੇ ਨੇ ਉਹਨਾਂ ਨੂੰ ਉਹ ਬਿਮਾਰੀਆਂ ਦੀ ਮਾਰ 'ਚ ਨਾ ਹੋਣ। ਜੇ ਉਹ ਜਿੰਨੇ ਉਹ ਬਿਮਾਰ ਹੋਣਗੇ ਉਹਨੇ ਸਾਡੇ ਲਈ ਵੀ ਖਤਰਾ ਖੜਾ ਕਰਨਗੇ। ਸੋ ਇਸ ਕਰਕੇ ਆਪਣੇ ਆਲੇ ਦੁਆਲੇ ਜਿਹੜਾ ਜੀਵ ਜੰਤੂ ਹੈ ਤੁਹਾਡੇ, ਉਹਨਾਂ ਦਾ ਵੀ ਖਿਆਲ ਰੱਖਣਾ ਬੇਹੱਦ ਜ਼ਰੂਰੀ ਹੈ, ਕਿਉਂਕਿ ਜਿਹੜੀ ਸਿਹਤ ਹੁੰਦੀ ਹੈ, ਮਨੁੱਖ ਦੀ ਸਿਹਤ ਅਤੇ ਸਾਡੇ ਆਲੇ ਦੁਆਲੇ ਵਿਚਰਦੇ ਜਾਨਵਰਾਂ ਦੀ ਸਿਹਤ ਅਤੇ ਪੌਦਿਆਂ ਦੀ ਸਿਹਤ, ਇਹ ਤਿੰਨੋਂ ਇੱਕ ਵੱਡੀ ਸਿਹਤ ਦਾ ਹਿੱਸਾ ਨੇ। ਜੇ ਸਾਡੀ ਸਿਹਤ ਅਸੀਂ ਆਪਣੀ ਚੰਗੀ ਰੱਖਣੀ ਹੈ ਤਾਂ ਸਾਡੇ ਆਲੇ ਦੁਆਲੇ ਹੈਲਦੀ ਐਨੀਮਲ ਵੀ ਚਾਹੀਦੇ ਆ ਜਿਹਨਾਂ ਨਾਲ ਸਾਡਾ ਤਾਲਮੇਲ ਪੈਣਾ, ਹੈਲਦੀ ਪਲਾਂਟਸ ਵੀ ਚਾਹੀਦੇ ਆ। ਤਿੰਨ ਤਰ੍ਹਾਂ ਦਾ ਦੀ ਲਾਈਫ ਹੈ ਨਾ, ਪੌਦੇ, ਬਨਸਪਤੀ, ਜਾਨਵਰ ਅਤੇ ਅਸੀਂ ਮਨੁੱਖ। ਇਹ ਤਿੰਨਾਂ ਦੀ ਕਲੈਕਟਿਵ ਸਿਹਤ ਜਿਹੜੀ ਹੈ ਸਾਡੀ ਸਿਹਤ ਤੋਂ ਉੱਪਰ ਹੈ। ਅਤੇ ਜੇ ਇਸ ਤੋਂ ਹੋਰ ਅੱਗੇ ਚਲੇ ਜਾਈਏ ਆਪਾਂ, ਤਾਂ ਜਿਹੜਾ ਸਾਡੇ ਆਲੇ ਦੁਆਲੇ ਹਵਾ ਹੈ, ਪਾਣੀ ਹੈ ਅਤੇ ਮਿੱਟੀ ਹੈ, ਹੁਣ ਉਹ ਇਹ ਤਿੰਨਾਂ ਦੀ ਲਾਈਫ ਜਿਹੜੀ ਹੈ, ਤਿੰਨੇ ਤਰ੍ਹਾਂ ਦੇ ਜਿਹੜੇ ਜੀਵ ਨੇ, ਪੌਦੇ ਨੇ, ਜਾਨਵਰ ਨੇ ਅਤੇ ਮਨੁੱਖ ਹੈ, ਇਹਨਾਂ ਤਿੰਨਾਂ ਦੀ ਜਿਹੜੀ ਹੋਂਦ ਹੈ ਉਹ ਕਿਹਦੇ ਨਾਲ ਜੁੜੀ ਹੋਈ ਹੈ? ਹਵਾ ਨਾਲ, ਪਾਣੀ ਨਾਲ ਅਤੇ ਮਿੱਟੀ ਨਾਲ। ਹੁਣ ਹਵਾ, ਪਾਣੀ, ਮਿੱਟੀ ਦੀ ਸਿਹਤ ਕੀ ਕਿੱਦਾਂ ਦੀ ਹੈ? ਜੇ ਤਾਂ ਉਹ ਸ਼ੁੱਧ ਨੇ, ਬਿਲਕੁਲ ਐਂ ਸਾਫ਼ ਸੁਥਰੇ ਨੇ, ਤਾਂ ਉਹ ਤਿੰਨਾਂ ਦੀ ਲਾਈਫ ਸਿਹਤ ਚੰਗੀ ਰਹੂਗੀ। ਜੇ ਉਹ ਪੋਲਿਊਟਡ ਨੇ, ਜੇ ਹਵਾ 'ਚ ਵੀ ਜ਼ਹਿਰ ਹੈ, ਪਾਣੀ 'ਚ ਵੀ ਜ਼ਹਿਰ ਹੈ, ਮਿੱਟੀ 'ਚ ਵੀ ਜ਼ਹਿਰ ਹੈ, ਤਾਂ ਉਹ ਬਾਕੀਆਂ ਦੀ ਸਿਹਤ, ਪੌਦਿਆਂ ਦੀ ਸਿਹਤ ਵੀ ਖਰਾਬ ਹੋਏਗੀ, ਜਾਨਵਰਾਂ ਦੀ ਸਿਹਤ ਵੀ ਖਰਾਬ ਹੋਗੀ, ਸਾਡੀ ਸਿਹਤ ਵੀ ਖਰਾਬ ਹੋਗੀ। ਸੋ ਉਸ ਤੋਂ ਵੱਡੀ ਸਿਹਤ ਹੈ। ਸੋ ਮਿੱਟੀ, ਪਾਣੀ, ਸਾਰੇ ਵਾਤਾਵਰਨ ਦੀ ਸਿਹਤ, ਤਿੰਨਾਂ ਦੀ, ਪੌਦਿਆਂ ਪੌਦੇ ਦੇ ਇਹ ਸਾਰਾ ਇੱਕੋ ਦਿਨ ਵੱਡੀ ਸਿਹਤ ਦਾ ਵਰਤਾਰਾ। ਅਤੇ ਡਾਕਟਰ ਸਾਹਿਬ ਆਪਾਂ ਜੇ ਉਹ ਦੂਜੇ ਪਾਸੇ ਆਈਏ, ਇਹ ਤਾਂ ਚਲੋ ਤੁਸੀਂ ਦੱਸਤਾ ਵੀ ਇੰਡਸਟਰੀਅਲ ਜਿਹੜਾ ਪਰਪਸ ਵਾਸਤੇ ਜਿਹੜੇ ਆਪਾਂ ਜਾਨਵਰ ਪਾਲਦੇ ਹਾਂ, ਪੰਛੀ ਪਾਲਦੇ ਹਾਂ, ਉਹਨਾਂ ਦੇ ਨਾਲ ਵਾਇਰਸਿਸ ਜਿਹੜੇ ਨੇ ਉਹ ਸਾਡੇ ਬੋਡੀ ਦੇ ਅੰਦਰ ਐਂਟਰ ਕਰਦੇ। ਹੁਣ ਸਵਾਲ ਇੱਥੇ ਪੈਦਾ ਹੁੰਦਾ ਕਿ ਵਾਇਰਸ ਜਦੋਂ ਬੋਡੀ ਦੇ ਅੰਦਰ ਜਾਂਦਾ ਤਾਂ ਮਤਲਬ ਕੀ ਇਹੋ ਹੁੰਦਾ ਜਿਹੜਾ ਉਹ ਅੰਦਰ ਸਾਨੂੰ ਬਿਮਾਰ ਕਰਨਾ ਸ਼ੁਰੂ ਕਰ ਦਿੰਦਾ, ਕੀ ਹੋਣ ਲੱਗ ਜਾਂਦਾ ਅੰਦਰ? ਪਹਿਲੀ ਗੱਲ ਤਾਂ ਆਪਾਂ ਇਹ ਸਮਝ ਲਈਏ ਕਿ ਜਿਹੜੇ ਇਹ ਸੂਖਸ਼ਮ ਜੀਵ ਨੇ ਜਦੋਂ ਸਾਡੇ ਅੰਦਰ ਜਾਂਦੇ ਆ ਤਾਂ ਕਰਦੇ ਕੀ ਨੇ? ਇਹੀ ਮੈਂ ਕਹਿਣਾ ਚਾਹੁੰਦਾ। ਇਹ ਸਾਨੂੰ ਲਗਾਤਾਰ ਕੁਲਵੰਤ ਜੀ ਅਡੈਪਟੇਸ਼ਨ ਕਰਨੀ ਪੈਂਦੀ ਹੈ ਆਪਣੇ ਵਾਤਾਵਰਨ ਨਾਲ। ਅਸੀਂ ਕੋਈ ਫਿਕਸ ਚੀਜ਼ ਨਹੀਂ ਹਾਂ, ਨਾ ਸਾਡੇ ਅੰਦਰ ਜਿਹੜੇ ਕੀਟਾਣੂ ਫਿਕਸ ਨੇ। ਮੰਨ ਲਓ ਮੇਰੇ ਅੰਦਰ ਕੀਟਾਣੂ ਹੈਗੇ, ਤੁਹਾਡੇ ਅੰਦਰ ਵੀ ਹੈਗੇ ਆ, ਹੋ ਸਕਦਾ ਤੁਹਾਡੇ ਅੰਦਰ ਕੋਈ ਇਹੋ ਜਿਹਾ ਕੀਟਾਣੂ ਹੋਵੇ ਜਿਹੜਾ ਮੇਰੇ ਅੰਦਰ ਨਹੀਂ ਹੈਗਾ।
ਤਾਂ ਜਦੋਂ ਆਪਾਂ ਗੱਲ ਕਰ ਰਹੇ ਹਾਂ ਤੇ ਜਿਹੜੇ ਕੀਟਾਣੂ ਹਵਾ ਰਾਹੀਂ ਆ ਰਹੇ ਆ ਤਾਂ ਆਪਾਂ ਸ਼ੇਅਰ ਕਰ ਲਏ। ਹੁਣ ਉਹ ਜਿਹੜਾ ਕੀਟਾਣੂ ਮੇਰੇ ਅੰਦਰ ਹੈਗਾ ਸੀ, ਤੁਹਾਡੇ ਅੰਦਰ ਨਹੀਂ ਸੀਗਾ, ਜਾਂ ਤੁਹਾਡੇ ਅੰਦਰ ਹੈਗਾ ਸੀ ਮੇਰੇ ਅੰਦਰ ਨਹੀਂ ਸੀ, ਉਹ ਸ਼ੇਅਰ ਹੋ ਗਿਆ। ਤਾਂ ਉਹ ਮੇਰੀ ਬਾਡੀ ਨੂੰ ਅਡੈਪਟ ਕਰੇਗੀ ਤੇ ਤੁਹਾਡੀ ਬਾਡੀ ਅਡੈਪਟ ਕਰੇਗੀ ਨਵੇਂ ਨੂੰ। ਉਹ ਅਡੈਪਟੇਸ਼ਨ ਦਾ ਜਿਹੜਾ ਪ੍ਰੋਸੈਸ ਹੈ ਉਹਨੂੰ ਪੰਜਾਬੀ 'ਚ ਕਹਾਂਗੇ ਕਿ ਉਹਨੂੰ ਢਾਲਣਾ ਪੈਂਦਾ ਆਪਣੇ ਹਿਸਾਬ ਨਾਲ। ਆਪਣੇ ਸਰੀਰ ਨੂੰ ਨਵਾਂ ਜੇਕਰ ਕੋਈ ਕੀਟਾਣੂ ਸਾਡੇ ਅੰਦਰ ਜਾਂਦਾ ਹੈ ਤਾਂ ਸਾਡੇ ਸਰੀਰ ਨੂੰ ਉਹਦੇ ਹਿਸਾਬ ਨਾਲ ਢਾਲਣਾ ਪੈਂਦਾ, ਤਾਂ ਹੀ ਉਹ ਕੋਐਗਜ਼ਿਸਟ ਕਰਦਾ, ਨਹੀਂ ਤਾਂ ਉਹ ਬਿਮਾਰ ਹੋ ਜਾਏਗਾ। ਹੁਣ ਉਹਦੇ ਲਈ ਕੀ ਜ਼ਰੂਰੀ ਹੁੰਦਾ ਕਿ ਬਾਡੀ ਉਹਦੇ ਅੰਦਰ ਇੱਕ ਸਿਸਟਮ ਹੈ ਕੁਦਰਤ ਨੇ ਦਿੱਤਾ। ਉਹ ਸਿਸਟਮ ਜਿਹੜਾ ਹਜ਼ਾਰਾਂ ਸਟੈਪ ਦਾ ਬਣਿਆ ਹੋਇਆ, ਸੈਂਕੜੇ ਸਟੈਪਸ ਦਾ ਬਣਿਆ ਹੋਇਆ, ਉਹਦੇ 'ਚ ਨੰਬਰ ਆਫ ਸਟੈਪਸ ਨੇ। ਨੱਕ ਦੇ ਵਾਲਾਂ ਤੋਂ ਲੈ ਕੇ ਤੇ ਇਕੱਲੇ ਸੈੱਲ ਦੀ ਆਪਣੀ ਅੰਦਰਲੀ ਇਮਿਊਨਿਟੀ ਹੈ। ਨੱਕ ਦੇ ਵਾਲ ਸਭ ਤੋਂ ਪਹਿਲਾ ਬੈਰੀਅਰ ਨੇ। ਟੌਂਸਲ ਤੁਸੀਂ ਸੁਣੇ ਹੋਣੇ, ਟੌਂਸਲ ਵੱਡੇ ਸਪਾਈ ਨੇ ਸਾਡੇ ਗੇਟ ਤੇ ਖੜੇ ਕੀਤੇ, ਵੱਡੇ ਉਹ ਵੀ ਇਮਿਊਨਿਟੀ ਦਾ ਪਾਰਟ ਨੇ। ਉਹਦੇ ਆਲੇ ਦੁਆਲੇ ਛੋਟੇ ਸਪਾਈ ਵੀ ਨੇ, ਉਹ ਸਾਨੂੰ ਆਮ ਤੌਰ 'ਤੇ ਦਿਖਦੇ ਨਹੀਂ ਹਨ। ਦੋ ਵੱਡੇ ਜਰਨੈਲ ਨੇ ਟੌਂਸਲ, ਉਹਦੇ ਆਲੇ ਦੁਆਲੇ ਨਿੱਕੇ ਹੋਰ ਨੇ। ਜਿਹਨਾਂ ਬੱਚਿਆਂ ਦਾ ਟੌਂਸਲ ਕੱਢਦਾ ਜਾਂਦਾ ਉਹ ਨਿੱਕੇ ਫਿਰ ਵੱਡੇ ਹੋ ਜਾਂਦੇ ਆ। ਫਿਰ ਉਹਨੂੰ ਫਰਿੰਜਾਈਟਿਸ ਕਹਿੰਦੇ ਆ, ਉਹਨੂੰ ਕਹਿੰਦੇ ਆ ਗ੍ਰੈਨੂਲਰ ਫਰਿੰਜਾਈਟਿਸ। ਉਹ ਗਿਲਟੀਆਂ ਬਣ ਜਾਂਦੀਆਂ ਨਿੱਕੀਆਂ। ਜਿੱਥੇ ਇੱਕ ਵੱਡੀ ਸਾਰੀ ਟੌਂਸਲ ਸੀ, ਉਹ ਇੱਕ ਟੌਂਸਲ ਦਾ ਕੰਮ ਕਰਨ ਲਈ 20 ਨਿੱਕੀਆਂ ਟੌਂਸਲ ਆ ਜਾਂਦੀਆਂ ਨੇ, ਉਹਨੂੰ ਕਹਿੰਦੇ ਫਰਿੰਜਾਈਟਿਸ। ਉਹ ਨਾਰਮਲੀ ਵੀ ਹੁੰਦੀਆਂ ਨੇ। ਨਾਰਮਲੀ ਉਹ ਜਰਨੈਲ ਦੀ ਮਦਦ ਕਰਦੀਆਂ ਨੇ। ਜਰਨੈਲ ਵੱਡਾ ਕੰਮ ਕਰਦਾ ਅਤੇ ਉਹ ਛੋਟੇ ਫੌਜੀ ਨੇ ਜਿਹੜੇ ਉਹ ਛੋਟਾ ਕੰਮ ਕਰਦੇ। ਉਹ ਸਾਡੇ ਗੇਟਵੇ ਦੇ ਉੱਪਰ ਉਹ ਕੁਦਰਤ ਨੇ ਪੂਰੀ ਫੌਜ ਖੜੀ ਕੀਤੀ ਹੈ। ਉਹ ਫੌਜ ਦੇ ਅਨੇਕਾਂ ਕੰਮ ਨੇ। ਉਹ ਫੌਜ ਇਮਿਊਨਿਟੀ ਵੀ ਕ੍ਰੀਏਟ ਕਰਦੀ ਹੈ ਔਰ ਵਾਰਨਿੰਗ ਸਿਗਨਲ ਵੀ ਦਿੰਦੀ ਹੈ। ਨਾਲ ਦੀ ਬੋਡੀ ਨੂੰ ਇਨਫੋਰਮ ਕਰਦੀ ਹੈ ਵੀ ਆਹ ਕੋਈ ਚੀਜ਼ ਆ ਗਈ ਹੈ, ਜਿਹੜੀ ਕਿ ਇਹ ਹਰ ਚੀਜ਼ ਬਾਰੇ ਇਨਫੋਰਮ ਕਰਦੀ ਹੈ ਵੀ ਚੰਗੀ ਚੀਜ਼ ਹੈ, ਮਾੜੀ ਚੀਜ਼ ਹੈ। ਚੰਗੀ ਚੀਜ਼ ਨੂੰ ਉਹ ਮੈਸੇਜ ਦੇ ਦਿੰਦੀ ਵੀ ਕੋਈ ਗੱਲ ਨਹੀਂ, ਠੀਕ ਆ, ਕੁਛ ਨਹੀਂ, ਮਾੜਾ ਨਹੀਂ ਹੈ, ਕੋਈ ਨੁਕਸਾਨ ਨਹੀਂ ਕਰ ਸਕਦੀ। ਜੇ ਕੋਈ ਨੁਕਸਾਨ ਦੇਣ ਵਾਲੀ ਚੀਜ਼ ਹੈ ਤਾਂ ਉਹਦੇ ਨਾਲ ਦੀ ਮੈਸੇਜ ਦਿੰਦੀ ਹੈ। ਤਾਂ ਉਹਦੇ ਸਾਡੇ ਫੌਜੀ ਖੜੇ ਆ ਗੇਟਵੇ 'ਤੇ। ਇੱਦਾਂ ਪੂਰੇ ਸਰੀਰ ਦੇ ਅੰਦਰ ਇਕੱਲੇ ਸੈੱਲ 'ਚ ਫਿਰ ਹੁਣ 1 ਕਰੋੜ ਸੈੱਲ ਹੈ ਸਾਡੇ ਅੰਦਰ। ਹਰ ਸੈੱਲ ਦੀ ਆਪਣੀ ਇਮਿਊਨਿਟੀ ਹੈ। ਫਿਰ ਅੱਗੇ ਲੈਵਲ ਦੇਖ ਲਓ ਕਿੰਨੇ ਨੇ। ਫਿਰ ਤਾਂ ਸੈਂਕੜੇ ਲੈਵਲ ਦੀ ਜਿਹੜਾ ਪ੍ਰੋਸੈਸ ਹੈ, ਇਹਨੂੰ ਕਲੈਕਟਿਵਲੀ ਅਸੀਂ ਇਹਦਾ ਸਾਂਝਾ ਨਾ ਇਮਿਊਨਿਟੀ। ਅਤੇ ਉਹ ਇਮਿਊਨਿਟੀ ਦੇ ਸਿਰ 'ਤੇ ਫਿਰ ਅਸੀਂ ਅਡੈਪਟ ਕਰਦੇ ਹਾਂ। ਅਡੈਪਟੇਸ਼ਨ ਹੁੰਦੀ ਸਾਡੀ। ਬਹੁਤ ਵਾਰੀ 80% ਚਾਂਸ ਹੁੰਦਾ ਕਿ ਸਾਡੀ ਜਦੋਂ ਸਾਡਾ ਸਰੀਰ ਅਡੈਪਟ ਕਰ ਰਿਹਾ, ਸਾਨੂੰ ਪਤਾ ਵੀ ਨਹੀਂ ਲੱਗਦਾ ਹੁੰਦਾ। ਕੁਦਰਤ ਆਪਣਾ ਕੰਮ ਕਰੀ ਜਾ ਰਹੀ ਆ, ਤੁਸੀਂ ਆਪਣਾ ਕੰਮ ਕਰੀ ਜਾ ਰਹੇ ਹੋ। ਹੁੰਦੇ ਯਾਨੀ ਕਿ ਕੋਈ ਲਾਮਤ ਨਹੀਂ ਹੁੰਦੀ। ਯਾਨੀ ਜਿਵੇਂ ਕਰੋਨਾ ਦਾ ਵਾਇਰਸ ਬਾਡੀ ਦੇ ਅੰਦਰ ਆਇਆ ਤਾਂ ਕਿਸੇ ਨੂੰ ਪਤਾ ਹੀ ਨਹੀਂ ਹੈਗਾ। ਕਈ ਤਾਂ ਬਿਨਾਂ ਬਿਮਾਰ ਹੋਏ ਠੀਕ ਚੱਲਦੇ ਨੇ। 80% ਜਿਹੜੇ ਹੁੰਦੇ ਆ ਉਹ ਲਾਮਤਾਂ ਤੋਂ ਬਿਨਾਂ ਹੁੰਦੇ ਆ। ਲਗਭਗ ਸਾਰੀ ਬਿਮਾਰੀ ਜਿੱਦਾਂ ਹੁੰਦਾ ਕਿ ਮੈਜੋਰਿਟੀ ਜਿਹੜੇ ਨੇ ਉਹ ਕੋਈ ਪਤਾ ਨਹੀਂ ਲੱਗਦਾ, ਕਿਉਂਕਿ ਉਹਨਾਂ 'ਚ ਥੋੜ੍ਹੀ ਬਹੁਤੀ ਇਮਿਊਨਿਟੀ ਸੀਗੀ। ਉਸ ਇਮਿਊਨਿਟੀ ਨੇ ਬਾਕੀ ਇਮਿਊਨਿਟੀ ਵਧਾਉਣ ਲਈ ਕੰਮ ਤਾਂ ਕੀਤਾ, ਪਰ ਉਹਨੂੰ ਡਿਸਟਰਬ ਕਰਨ ਦੀ ਲੋੜ ਨਹੀਂ ਮਹਿਸੂਸ ਹੋਈ। ਲੇਕਿਨ 20% ਜਿਹੜੇ ਬਾਕੀ ਚਾਂਸਿਸ ਨੇ ਕਿ ਤੁਹਾਡੇ ਅੰਦਰ ਇਮਿਊਨਿਟੀ ਬਹੁਤ ਵੀਕ ਸੀਗੀ, ਉਹਨੂੰ ਜ਼ਿਆਦਾ ਸਟਰੋਂਗ ਕਰਨਾ ਪੈਣਾ ਸੀਗਾ। ਫਿਰ ਉਹ ਵਾਰ ਲਾਈਕ ਸਿਚੁਏਸ਼ਨ ਚਲਾ ਜਾਂਦਾ ਸਰੀਰ। ਜਿਵੇਂ ਜੰਗ ਛੇੜੀ ਹੁੰਦੀ, ਜਿਵੇਂ ਜੰਗ ਲੱਗੀ ਹੋਵੇ, ਜਿਵੇਂ ਹੁਣ ਸਾਡੇ ਆਲੇ ਦੁਆਲੇ ਜੰਗ ਦਾ ਮਾਹੌਲ ਬਣਾ ਰੱਖਿਆ, ਤਾਂ ਉਹ ਫਿਰ ਸਾਰੇ ਸਮਾਜ ਨੂੰ ਪਤਾ ਲੱਗਿਆ। ਉਹਦੇ ਸਾਰੇ ਸਰੀਰ ਨੂੰ ਫਿਰ ਪਤਾ ਲੱਗਦਾ ਵੀ ਹਾਂ ਕੋਈ ਜੰਗ ਲੱਗੀ ਹੋਈ ਹੈ, ਕਿ ਕੋਈ ਨਵਾਂ ਇਨਵੇਡਰ ਆ ਗਿਆ, ਨਵਾਂ ਕੋਈ ਜੀਵ ਆ ਗਿਆ ਜਿਹਦੇ ਨਾਲ ਸਾਨੂੰ ਅਡਾਪਟ ਕਰਨ ਲਈ ਵੱਡੇ ਪੱਧਰ 'ਤੇ ਸਾਨੂੰ ਤਿਆਰੀ ਕਰਨੀ ਪੈਣੀ ਹੈ। ਉਹ ਫਿਰ ਲਾਮਤਾਂ ਪੈਦਾ ਕਰਦਾ। ਫਿਰ ਬੁਖਾਰ ਹੋਊਗਾ, ਜ਼ੁਕਾਮ ਹੋਊਗਾ, ਖਾਂਸੀ ਹੋਊਗੀ, ਛਿੱਕਾਂ ਹੋਣਗੀਆਂ, ਖਾਰਿਸ਼ ਹੋਊਗੀ, ਤਾਂ ਅਨੇਕਾਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹ ਲਾਮਤਾਂ ਆ ਜਾਂਦੀਆਂ ਨੇ। ਉਹਦਾ ਵੀ ਮਤਲਬ ਇਹ ਹੁੰਦਾ ਕਿ ਬਾਡੀ ਉਹਨੂੰ ਅਡੈਪਟ ਕਰ ਰਹੀ ਹੈ। ਬਾਡੀ ਅਡੈਪਟ ਕਰ ਰਹੀ ਹੈ। ਅਤੇ ਉਹ ਜਿਹੜੇ 20% ਲਾਮਤਾਂ ਵਾਲੇ ਕੇਸ ਹੁੰਦੇ ਆ, ਉਹਦੇ ਵਿੱਚੋਂ ਵੀ ਬਹੁਤ ਥੋੜ੍ਹੀ ਪਰਸੈਂਟੇਜ ਜਿਹੜੀ ਆ ਉਹ ਗੰਭੀਰ ਰੂਪ 'ਚ ਬਿਮਾਰ ਹੁੰਦੀ ਹੈ। ਉਹ ਵੀ ਹਲਕੀ ਫੁਲਕੀ ਬਿਮਾਰ ਹੁੰਦੀ ਹੈ। ਉਹ ਆਪਣਾ ਰੂਟੀਨ ਦੇ 'ਚ ਬਿਨਾਂ ਅਸੀਂ ਹਸਪਤਾਲ ਜਾਏ, ਉਹ ਜਦੋਂ ਅਡੈਪਟੇਸ਼ਨ ਦਾ ਪ੍ਰੋਸੈਸ ਕੰਪਲੀਟ ਹੋ ਜਾਂਦਾ ਉਦੋਂ ਉਹ ਖਤਮ ਹੋ ਜਾਂਦਾ। ਜਿਹੜੇ ਬਹੁਤ ਥੋੜ੍ਹੀ ਜਿਹੀ ਪਰਸੈਂਟੇਜ ਹੁੰਦੀ ਹੈ ਜਿਹੜੀ ਜ਼ਿਆਦਾ ਗੰਭੀਰ ਬਿਮਾਰੀਆਂ ਹੋ ਜਾਂਦੀ ਹੈ, ਗੰਭੀਰ ਬਿਮਾਰ ਹੋ ਜਾਂਦੀ ਹੈ, ਕਿਉਂਕਿ ਉਹਦੀ ਇਮਿਊਨਿਟੀ ਇੰਨੀ ਵੀਕ ਸੀਗੀ ਕਿ ਉਹਦੀ ਬਾਡੀ ਨੂੰ ਜਿੰਨਾ ਵੱਡਾ ਹਮਲਾ ਕਰਨਾ ਪਿਆ, ਉਹ ਹਮਲੇ ਨੂੰ ਉਹਦਾ ਸਰੀਰ ਵੀ ਨਹੀਂ ਚੱਲ ਸਕਿਆ। ਕਿਉਂਕਿ ਹਮਲਾ ਐਡਾ ਵੱਡਾ ਕਰਨ ਦੀ ਲੋੜ ਪੈ ਗਈ ਕਿ ਉਹ ਇੰਨਾ ਵੱਡਾ ਜਿਹੜਾ ਹਮਲਾ ਸੀਗਾ ਉਹਦੇ 'ਚ ਜਿਹੜੇ ਸੀ ਉਹ ਆਪ ਹੀ ਡਿਸਟਰਬ ਹੋ ਗਈ ਬਾਡੀ। ਉਹ ਸਿਚੁਏਸ਼ਨ ਬਹੁਤ ਥੋੜ੍ਹੇ ਲੋਕਾਂ 'ਚ ਹੁੰਦੀ ਆ। ਇਸ ਕਰਕੇ ਸਾਨੂੰ ਇਹ ਸਾਰੀ ਭਾਸ਼ਾ ਸਮਝ ਆਉਣੀ ਚਾਹੀਦੀ ਹੈ ਅਤੇ ਸਾਨੂੰ ਅਕੋਰਡਿੰਗਲੀ ਆਪਣੇ ਆਪ ਨੂੰ ਤਿਆਰ ਕਰਨਾ ਚਾਹੀਦਾ ਕਿ ਅਸੀਂ ਉਸ 2% 'ਚ ਨਾ ਆਈਏ ਜਿਹੜਾ 2% ਇੰਨਾ ਸਾਡਾ ਸਰੀਰ ਵੀਕ ਹੋਵੇ ਕਿ ਉਹਨੂੰ ਸਾਡੇ ਸਰੀਰ ਨੂੰ ਇੰਨਾ ਜ਼ਿਆਦਾ ਵੱਡੇ ਪੱਧਰ 'ਤੇ ਹੱਲਾ ਬੋਲਣਾ ਪਿਆ ਕਿ ਸਾਡਾ ਸਰੀਰ ਆਪਣੇ ਨਹੀਂ ਚੱਲ ਸਕਿਆ, ਉਹਨੂੰ ਅਤੇ ਮਰ ਗਿਆ ਜਾਂ ਬਿਮਾਰ ਹੋ ਗਿਆ। ਤਾਂ ਉਹਦੇ ਲਈ ਪਹਿਲਾਂ ਹੀ ਤਿਆਰੀ ਕਰਨੀ ਚਾਹੀਦੀ ਹੈ। ਉਹ ਤਿਆਰੀ ਕੀ ਕਰਨੀ ਹੁੰਦੀ ਹੈ ਕਿ ਆਪਾਂ ਨੇ ਤੰਦਰੁਸਤ ਰਹਿਣਾ ਹੁੰਦਾ, ਜਿਹਨੂੰ ਆਪਾਂ ਤੰਦਰੁਸਤੀ ਕਹਿੰਦੇ ਹਾਂ। ਸਾਡਾ ਆਯੁਰਵੇਦ ਬੜੀ ਪਿਆਰੀ ਸਾਇੰਸ ਹੈ ਇਸ ਮਾਮਲੇ 'ਚ। ਸਾਡਾ ਆਯੁਰਵੇਦ ਸਾਨੂੰ ਇਹ ਸਿਖਾਉਂਦਾ ਸੀਗਾ ਕਿ ਤੰਦਰੁਸਤ ਰਹਿਣਾ ਜਿਹੜਾ ਸਭ ਤੋਂ ਜ਼ਰੂਰੀ ਹੈ। ਤੰਦਰੁਸਤੀ ਜਿਹੜੀ ਹੈ, ਤੁਸੀਂ ਕਿਤੇ ਆਯੁਰਵੇਦ ਦਾ ਪੁਰਾਣਾ ਬੋਲੋ, ਸਾਡੇ ਬਜ਼ੁਰਗ ਜਿਹੜੇ ਸੀਗੇ ਕਾਹਦੇ ਨੁਮਾਇੰਦੇ ਸੀਗੇ, ਇਸੇ ਆਯੁਰਵੇਦ ਦੇ ਨੁਮਾਇੰਦੇ ਸੀ ਜਿਹੜੇ ਬੋਲਦੇ ਸੀਗੇ
ਕਿਉਂਕਿ ਇਹ ਆਯੁਰਵੇਦ ਹਜ਼ਾਰਾਂ ਸਾਲਾਂ ਦਾ ਹੈ ਅਤੇ ਹਜ਼ਾਰਾਂ ਸਾਲਾਂ 'ਚ ਸਾਡੀ ਉਹ ਭਾਸ਼ਾ 'ਚ, ਸਾਡੇ ਬਜ਼ੁਰਗਾਂ 'ਚ, ਸਾਡੀਆਂ ਆਦਤਾਂ 'ਚ, ਸਾਡੇ ਰਿਵਾਜਾਂ 'ਚ, ਸਾਡੇ ਫੂਡ 'ਚ, ਸਾਡੇ ਸਾਰੇ ਕਲਚਰ 'ਚ ਉਹ ਆਯੁਰਵੇਦ ਜਿਹੜਾ ਉਹ ਥਾਂ ਤੇ ਝਲਕਦਾ। ਉਹ ਅਸਲ 'ਚ ਸੈਂਟਰ 'ਚ ਉਹ ਆਯੁਰਵੇਦ ਹੀ ਹੈ। ਇਹ ਆਯੁਰਵੇਦ ਕੋਈ ਦਵਾਈਆਂ ਨਹੀਂ ਹੈ। ਬਹੁਤ ਵਾਰੀ ਲੋਕ ਕਨਫਿਊਜ਼ ਕਰ ਜਾਂਦੇ ਕਿ ਆਯੁਰਵੇਦ ਮਤਲਬ ਇਹ ਐਲੋਪੈਥਿਕ ਦਵਾਈ, ਇਹ ਆਯੁਰਵੈਦਿਕ ਗੋਲੀਆਂ। ਇਹ ਨਹੀਂ ਹੈ। ਗੋਲੀਆਂ ਜਸਟ ਉਹਦਾ ਛੋਟਾ ਜਿਹਾ ਹਿੱਸਾ ਨੇ। ਆਯੁਰਵੇਦ ਜਿਹੜਾ ਉਹ ਵੇ ਆਫ ਲਾਈਫ ਹੈ। ਉਹਦੇ 'ਚ ਚੰਗੀ ਨੀਂਦ ਲੈਣੀ ਵੀ ਸ਼ਾਮਿਲ ਹੈ, ਉਹਦੇ 'ਚ ਭੁੱਖ ਲੱਗਣ 'ਤੇ ਖਾਣਾ ਵੀ ਸ਼ਾਮਿਲ ਹੈ, ਉਹਦੇ 'ਚ ਵਰਤ ਰੱਖਣਾ ਵੀ ਸ਼ਾਮਿਲ ਹੈ, ਉਹਦੇ 'ਚ ਸੈਰ ਕੰਮ ਕਰਨਾ ਵੀ ਸ਼ਾਮਿਲ ਹੈ, ਉਹਦੇ 'ਚ ਜੜੀਆਂ ਮਸਾਲੇ ਮਸੂਲੇ ਭੋਜਨ 'ਚ ਪਾਉਣੇ ਵੀ ਹਰ ਚੀਜ਼ ਸ਼ਾਮਿਲ ਹੈ। ਉਹ 'ਚ ਗੋਲੀਆਂ ਵੀ ਥੋੜ੍ਹੀਆਂ ਉਹਦਾ ਰੋਲ ਹੋ ਸਕਦਾ। ਲੇਕਿਨ ਇਸ ਗੱਲ ਨੂੰ ਕਨਫਿਊਜ਼ ਨਹੀਂ ਕਰਨਾ ਚਾਹੀਦਾ ਕਿ ਆਯੁਰਵੇਦ ਇੱਕ ਸਾਇੰਸ ਹੈ, ਵੇ ਆਫ ਲਾਈਫ ਹੈ। ਉਹ ਸਿਹਤਮੰਦ ਰਹਿਣ ਦਾ ਅਤੇ ਬਿਮਾਰੀਆਂ ਤੋਂ ਬਚਣ ਦਾ ਅਤੇ ਬਿਮਾਰੀਆਂ ਲੜਨ ਦਾ ਇੱਕ ਜਿਹਨੂੰ ਕਹਿੰਦੇ ਕਲਾ ਹੈ, ਜਾਂਚ ਹੈ, ਜਿਹੜੀ ਕਿ ਸਾਡੀ ਬਜ਼ੁਰਗਾਂ ਤੋਂ ਹਜ਼ਾਰਾਂ ਸਾਲਾਂ ਤੋਂ ਚੱਲੀ ਆਈ ਹੈ। ਅਤੇ ਅੱਜ ਵੀ ਉਹ ਸਾਡੀ, ਅਸੀਂ ਜਿੰਨੀ ਮਰਜ਼ੀ ਐਲੋਪੈਥੀ ਦਵਾਈਆਂ ਖਾਈ ਜਾਈਏ, ਲੇਕਿਨ ਤੁਸੀਂ ਆਪਣੇ ਆਪ ਨੂੰ ਜੋ ਦੇਖੋਗੇ ਤਾਂ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਉਹ ਕਰ ਰਹੇ ਹੋ ਜਿਹੜੀਆਂ ਕਿ ਤੁਹਾਡੇ ਘਰ 'ਚ ਨੇ, ਤੁਹਾਡੇ ਆਲੇ ਦੁਆਲੇ 'ਚ ਨੇ, ਤੁਸੀਂ ਉਹ ਵੀ ਨਾਲ ਅਤੇ ਅੱਜ ਵੀ ਜਿੰਨੇ ਮਰਜ਼ੀ ਐਲੋਪੈਥੀ ਦਵਾਈਆਂ ਖਾ ਰਿਹਾ ਹੋਵੇ, ਉਹ ਵੱਧ ਤੋਂ ਵੱਧ 20% ਉਹਦਾ ਰੋਲ ਹੁੰਦਾ। ਬਾਕੀ 80% ਉਹ ਸਮਝ ਦਾ ਰੋਲ ਹੈ, ਜਿਹੜੀ ਸਮਝ ਅਸੀਂ ਆਯੁਰਵੇਦ ਤੋਂ ਲਈ ਜਾਂ ਆਪਣੇ ਬਜ਼ੁਰਗਾਂ ਤੋਂ ਲਈ। ਅਤੇ ਉਹ ਕੀ ਕਹਿੰਦੀ ਹੈ ਕਿ ਤੰਦਰੁਸਤ ਰਹੋ। ਤੰਦਰੁਸਤੀ ਹੀ ਤੁਹਾਨੂੰ ਬਿਮਾਰੀ ਤੋਂ ਬਚਾਉਂਦੀ ਹੈ। ਤੰਦਰੁਸਤੀ ਹੀ ਬਿਮਾਰੀ ਨਾਲ ਅਸਰਦਾਰ ਢੰਗ ਨਾਲ ਲੜਨ ਲਈ ਮਦਦ ਕਰਦੀ ਹੈ। ਉਹਨੂੰ ਤੁਸੀਂ ਇਮਿਊਨਿਟੀ ਕਹਿ ਲਓ, ਉਹਨੂੰ ਤੁਸੀਂ ਤੰਦਰੁਸਤੀ ਕਹਿ ਲਓ, ਜੋ ਮਰਜ਼ੀ ਕਹਿ ਲਓ। ਉਹ ਲਫ਼ਜ਼ਾਂ ਦੀ ਗੱਲ ਹੈ, ਲੇਕਿਨ ਪ੍ਰਕਿਰਿਆ ਜਿਹੜੀ ਹੈਗੀ ਹੈ ਉਹ ਇੱਕੋ ਹੀ ਹੈ। ਅਤੇ ਉਹਦੇ 'ਚ ਸਾਰੇ 4 5 6 ਕੰਪੋਨੈਂਟ ਨੇ ਟੋਟਲ, ਜਿਹਦੀ ਆਪਾਂ ਗੱਲ ਕਰ ਸਕਦੇ ਹਾਂ। ਡਾਕਟਰ ਸਾਹਿਬ, ਤੁਸੀਂ ਗੱਲ ਕੀਤੀ ਹੈ ਕਿ ਆਯੁਰਵੇਦ ਜਿਹੜਾ ਇੱਕ ਬੜਾ ਵੱਡਾ ਰੋਲ ਅਦਾ ਕਰਦਾ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਵਿੱਚ। ਚਾਹੇ ਤੁਸੀਂ ਮਸਾਲੇ ਲਾ ਲਓ, ਚਾਹੇ ਤੁਸੀਂ ਕਿਸੇ ਤਰੀਕੇ ਦੀ ਜਿਹੜੀ ਆਪਾਂ ਖਾਣਾ ਕਿਸੇ ਤਰੀਕੇ ਦਾ ਵੀ ਲਾ ਲਓ। ਫਿਰ ਇਹੋ ਜਿਹਾ ਕੀ ਹੋਇਆ ਜਿਹੜਾ ਲੋਕ ਆਯੁਰਵੇਦ ਤੋਂ ਹਟ ਕੇ ਜਿਹੜੇ ਆ ਉਹ ਅਜਿਹੇ ਪਾਸੇ ਜਾਣਾ ਸ਼ੁਰੂ ਹੋ ਗਏ ਜਿਹਦੇ ਨਾਲ ਸਰੀਰ ਜਿਹੜੇ ਉਹ ਬਿਮਾਰ ਹੁੰਦਾ ਚਲਾ ਗਿਆ, ਅਤੇ ਅੱਜ ਫਿਰ ਸਾਨੂੰ ਜਿਹੜੀ ਆ ਆਯੁਰਵੇਦ ਦੀ ਯਾਦ ਆ ਗਈ ਹੈ? ਬਿਲਕੁਲ ਤੁਸੀਂ ਸਹੀ ਸਵਾਲ ਕੀਤਾ ਕਿ ਸਾਡੇ ਨਾਲ ਬੜੀ ਬਦਕਿਸਮਤੀ ਹੋਈ ਕਿ ਅਸੀਂ ਪਹਿਲਾਂ ਮੁਗਲਾਂ ਦਾ ਰਾਜ ਰਿਹਾ। ਚਲੋ ਮੁਗਲਾਂ ਨੇ ਕੋਈ ਐਡਾ ਸਿਸਟੇਮੈਟਿਕ ਢੰਗ ਨਾਲ ਆਯੁਰਵੇਦ ਨੂੰ ਨੁਕਸਾਨ ਨਹੀਂ ਕੀਤਾ। ਠੀਕ, ਉਹ ਆਪਣੀ ਪੱਧਤੀ ਲਿਆਏ ਨਾਲ, ਉਹ ਵੀ ਆਪਣਾ ਕੰਮ ਕਰੀ ਗਿਆ, ਆਯੁਰਵੇਦ ਵੀ ਕਰੀ ਗਿਆ। ਉਹਨਾਂ ਨੇ ਕੋਈ ਮਤਲਬ ਉਹਨੂੰ ਆਯੁਰਵੇਦ ਨੂੰ ਦਬਾਇਆ ਨਹੀਂ। ਬਹੁਤ ਸਾਰੇ ਨੇ ਸਗੋਂ ਸਿੱਖਿਆ ਉੱਤੋਂ ਅਤੇ ਉਹਨੂੰ ਅਡਾਪਟ ਵੀ ਕੀਤਾ। ਲੇਕਿਨ ਅੰਗਰੇਜ਼ਾਂ ਨੇ ਬਹੁਤ ਸਿਸਟੇਮੈਟਿਕ ਢੰਗ ਨਾਲ ਇਹਨੂੰ ਦਬਾਇਆ। ਅੰਗਰੇਜ਼ਾਂ ਨੇ ਬਹੁਤ ਬੁਰੀ ਤਰ੍ਹਾਂ ਨੂੰ ਮਤਲਬ ਸਿਸਟੇਮੈਟਿਕ ਢੰਗ ਨਾਲ, ਪਲਾਨ ਢੰਗ ਦੇ ਨਾਲ ਆਯੁਰਵੇਦ ਨੂੰ ਜਿਹੜਾ ਮਾਰਿਆ। ਕਿਉਂਕਿ ਉਹ ਵਪਾਰੀ ਸੀਗੇ, ਵਪਾਰ ਕਰਨ ਦੇ ਇਰਾਦੇ ਨਾਲ ਹੀ ਆਏ ਸੀਗੇ। ਅਤੇ 200 ਸਾਲ ਉਹਨਾਂ ਨੇ ਸਾਨੂੰ ਜਿਹੜਾ ਵਪਾਰਕ ਤੌਰ 'ਤੇ ਆਰਥਿਕ ਤੌਰ 'ਤੇ ਲੁੱਟਿਆ, ਅਤੇ ਉਹਦੇ ਨਾਲ ਸਾਨੂੰ ਕੁੱਟਿਆ ਅਤੇ ਬਿਮਾਰ ਕੀਤਾ। ਉਹ ਕਿਉਂਕਿ ਜਿਹੜੀ ਉਹਨਾਂ ਦੀ ਐਲੋਪੈਥਿਕ ਸਾਇੰਸ ਸੀਗੀ, ਜਿਹਦੇ ਸਿਰ 'ਤੇ ਉਹ ਵਪਾਰ ਕਰ ਸਕਦੇ ਸੀਗੇ, ਉਹ ਸਾਰੀ ਦੀ ਸਾਰੀ ਸਾਇੰਸ ਜਿਹੜੀ ਹੈ ਉਹ ਇੱਦਾਂ ਦੇ ਟੈਕਨੀਕਸ 'ਤੇ ਨਿਰਭਰ ਕਰਦੀ ਹੈ ਜਿਹੜੀ ਕਿਤੇ ਤਾਂ ਕਾਰਗਰ ਹੋ ਸਕਦੀ ਹੈ, ਲੇਕਿਨ ਬਾਈ ਐਂਡ ਲਾਰਜ ਸਰੀਰ ਨੂੰ ਕਮਜ਼ੋਰ ਕਰਦੀ ਹੈ। ਉਹ ਕੈਮੀਕਲ ਬੇਸਡ ਹੈ ਬਹੁਤ ਜ਼ਿਆਦਾ। ਉਹ ਕੈਮੀਕਲ ਬੇਸਡ ਹੋਣ ਕਰਕੇ ਦੂਜੀ ਗੱਲ ਆਯੁਰਵੇਦ ਨੂੰ ਇਗਨੋਰ ਕਰਦੀ ਹੈ। ਜਦੋਂ ਤੁਸੀਂ ਇੱਕ ਬੰਦੇ ਨੂੰ ਕੋਈ ਇਹੋ ਜਿਹੀ ਚੀਜ਼ ਫੜਾ ਦੋਗੇ ਕਿ ਵੀ ਤੂੰ ਇਹਦਾ ਲਾ ਖਾ, ਉਹ ਦੂਜੀ ਗੱਲ ਰਹਿ ਗਈ ਨਾ, ਜਿਹੜੀ ਅਸਲੀ ਗੱਲ ਸੀਗੀ ਉਹ ਪਿੱਛੇ ਰਹਿ ਗਈ। ਉਹ ਬੰਦੇ ਨੇ ਉਹ ਇੱਕ ਨਕਲੀ ਜਿਹੀ ਗੱਲ ਫੜ ਲਈ, ਅਸਲੀ ਗੱਲ ਵਿੱਚ ਰਹਿ ਗਈ। ਸੋ ਡਬਲ ਨੁਕਸਾਨ ਹੋਇਆ ਉਹਨੂੰ। ਇੱਕ ਤਾਂ ਉਹਨੇ ਜਿਹੜੀ ਅਸਲੀ ਜਿਹਦੇ ਉੱਪਰ ਨਿਰਭਰ ਕਰਨਾ ਚਾਹੀਦਾ ਸੀ ਉਹਨੂੰ, ਜਿਹੜੀ ਉਹਦੀ ਪੁਰਖਿਆਂ ਦੀ ਸਾਇੰਸ ਸੀਗੀ, ਉਹਨੂੰ ਭੁੱਲ ਗਿਆ। ਅਤੇ ਇੱਕ ਨਕਲੀ ਜਿਹੀ ਚੀਜ਼ ਲੈ ਆਇਆ ਜਿਹਨੂੰ ਉਹਨਾਂ ਨੇ ਦਵਾਈਆਂ ਕਿਹਾ। ਉਹ ਦਵਾਈਆਂ ਹਾਲਾਂਕਿ ਬਹੁਤੀਆਂ ਆਯੁਰਵੇਦ 'ਚੋਂ ਨਿਕਲੀਆਂ ਨੇ, ਪਰ ਉਹ ਐਕਸਟ੍ਰੈਕਟ ਫਾਰਮ 'ਚ ਨੇ, ਉਹ ਕੈਮੀਕਲ ਫਾਰਮ 'ਚ ਆ ਗਈਆਂ। ਅਤੇ ਅੱਜ ਇਹ ਪ੍ਰੂਵ ਹੋ ਗਿਆ ਹੋਇਆ ਕਿ ਆਯੁਰਵੇਦ ਦੀਆਂ ਦਵਾਈਆਂ, ਪਲਾਂਟਸ ਬੇਸਡ ਦਵਾਈਆਂ ਵੀ ਅਗਰ ਪਲਾਂਟਸ ਤੋਂ ਅਲੱਗ ਕਰਤੀਆਂ ਜਾਣ ਅਤੇ ਇਕੱਲੀਆਂ ਕਰਤੇ ਜਾਣ ਤਾਂ ਉਹ ਨੁਕਸਾਨਦੇਹ ਹੋ ਜਾਂਦੀਆਂ ਨੇ। ਇਹਦੀਆਂ ਅਨੇਕਾਂ ਉਦਾਹਰਨਾਂ ਆ ਚੁੱਕੀਆਂ ਨੇ। ਉਹ ਹਲਦੀ 'ਚ ਵੀ ਆ ਚੁੱਕੀ ਹੈ ਕਿ ਹਲਦੀ ਕਿਤੇ ਜ਼ਿਆਦਾ ਫਾਇਦੇਮੰਦ ਹੈ ਕਰਕਿਊਮਨ ਨਾਲੋਂ। ਲਸਣ 'ਚ ਵੀ ਆ ਚੁੱਕੀ ਹੈ ਕਿ ਲਸਣ ਦਾ ਐਕਸਟ੍ਰੈਕਟ ਜਿਹੜਾ ਉਹ ਨਹੀਂ ਕੋਈ ਫਾਇਦਾ ਕਰਦਾ, ਲਸਣ ਐਜ਼ ਏ ਹੋਰ ਕਰਦਾ। ਬ੍ਰਹਮੀ 'ਚ ਵੀ ਪ੍ਰੂਵ ਹੋ ਚੁੱਕਿਆ, ਬਹੁਤ ਸਾਰੇ ਪੌਦਿਆਂ 'ਚ ਪ੍ਰੂਵ ਹੋ ਚੁੱਕਿਆ ਇਹ ਸਾਇੰਟੀਫਿਕਲੀ ਕਿ ਤੁਸੀਂ ਉਹਦਾ ਕੈਮੀਕਲ ਕੱਢ ਕੇ ਮਰੀਜ਼ ਨੂੰ ਦੇ ਦੋਗੇ ਤਾਂ ਉਹਨੇ ਨਹੀਂ ਕੰਮ ਕਰਨਾ। ਉਹ ਕੁਦਰਤ ਦਾ ਐਜ਼ ਏ ਹੋਲ ਜਿਹੜਾ ਕੁਦਰਤ ਨੇ ਬਣਾਇਆ ਉੱਦਾਂ ਕੰਮ ਕਰਦਾ। ਅਤੇ ਇਸ ਕਰਕੇ ਉਹ ਇਹਨਾਂ ਨੇ ਵਪਾਰ ਕਰਨ ਵਾਸਤੇ ਉਹ ਜਿਹੜੀ ਸਾਰਾ ਵਰਤਾਰਾ ਕੀਤਾ ਕਿ ਆਯੁਰਵੈਦਿਕ ਦਵਾਈਆਂ ਦਾ ਇੱਕ ਨਕਲੀ ਜਿਹਾ ਰੂਪ ਲਿਆਂਦਾ ਇੱਕ ਤਾਂ। ਦੂਜੀ ਗੱਲ ਕੋਈ ਇੱਕ ਸਿੰਥੈਟਿਕ ਵਰਸ਼ਨ ਬਣਾ ਲਿਆ ਸਸਤਾ ਕਰਨ ਵਾਸਤੇ। ਉਹਦਾ ਕੈਮੀਕਲ ਪੜ੍ਹ ਲਿਆ, ਕੈਮਿਸਟਰੀ 'ਚ ਪੜ੍ਹ ਲਿਆ ਵੀ ਇਹਦਾ ਕੈਮੀਕਲ ਆ ਹੈ, ਵੀ ਮੰਨ ਲਓ ਹਲਦੀ 'ਚ ਕਰਕਿਊਮਨ ਦਾ ਕੈਮੀਕਲ ਆ ਹੈ, ਉਹਦਾ ਫਿਰ ਨਕਲੀ ਬਣਾਉਣ ਦੀ ਕੋਸ਼ਿਸ਼ ਕਰਨੀ ਵੀ ਉਹ ਨਕਲੀ ਬਣਾ ਲਈ ਅਸੀਂ। ਤਾਂ ਉਹ ਨਕਲੀ ਜਿਹੜਾ ਨਕਲੀ ਤਾਂ ਨਕਲੀ ਹੀ ਹੈ, ਨਕਲੀ ਇਫੈਕਟ ਨਹੀਂ ਕਰਦਾ।
ਤੋ ਇਸ ਕਰਕੇ ਉਹ ਨਕਲੀ ਜਿਹੜੇ ਨੇ ਅਲਟੀਮੇਟਲੀ ਉਹਨਾਂ ਨੇ ਨੁਕਸਾਨ ਕੀਤਾ ਔਰ ਇਮਿਊਨਿਟੀ ਵਧਾਉਣ ਦੀ ਬਜਾਏ ਤੰਦਰੁਸਤੀ ਕਰਨ ਦੀ ਬਜਾਏ ਬਿਮਾਰ ਕੀਤਾ। ਔਰ ਅੱਜ ਅਸੀਂ ਜਿਸ ਸਟੇਜ ਤੇ ਪਹੁੰਚ ਚੁੱਕੇ ਹਾਂ, ਅੱਜ ਤਾਂ ਬਹੁਤ ਹੀ ਤਰਸਯੋਗ ਹਾਲਤ ਹੈ। ਜਿੱਥੇ ਮਰੀਜ਼ ਆਉਂਦੇ ਆ 20 ਦਵਾਈਆਂ ਖਾ ਰਹੇ ਹੋ, 20 ਉਹ ਪਤਾ ਨਹੀਂ, ਮੈਨੂੰ ਨਹੀਂ ਸਮਝ ਆਉਂਦੀ ਵੀ ਕਿਹੜੀ ਡਾਕਟਰੀ ਹੈ। ਜਿੰਨੀ ਵਾਰੀ ਮਰੀਜ਼ ਜਾਂਦਾ ਉਨੀ ਵਾਰੀ 1-2 ਦਵਾਈਆਂ ਨਵੀਆਂ ਭੱਜਦੀਆਂ ਜਾਂਦੀਆਂ ਨੇ ਤੇ ਉਹ ਮਰੀਜ਼ ਨੂੰ ਮੁੜ ਕੇ ਖਾਣ ਲੱਗਿਆਂ ਵੀ ਦਿੱਕਤ ਆਉਂਦੀ ਵੀ ਖਾਵਾਂ ਕਿਵੇਂ ਮੈਂ ਉਹਨੂੰ। ਔਰ ਜਿਹੜਾ 20 ਦਵਾਈਆਂ ਦਾ ਆਪਸ 'ਚ ਇੰਟਰੈਕਸ਼ਨ ਹੈ ਮਾੜਾ, ਉਹ ਕਿਸੇ ਨੂੰ ਡਾਕਟਰ ਨੂੰ ਪਤਾ ਨਹੀਂ ਹੈ। ਹਰ ਦਵਾਈ ਦੂਜੀ ਦਵਾਈ ਨਾਲ ਇੰਟਰੈਕਸ਼ਨ ਕਰਦੀ ਹੈ। ਫਿਰ 20 ਜ਼ਹਿਰ ਖਾ ਰਹੇ ਹੋ ਤੁਸੀਂ। ਜ਼ਹਿਰ ਤਾਂ ਇੱਕ ਹੀ ਮਾਣ ਨਹੀਂ ਹੁੰਦਾ, ਤੁਸੀਂ 20 ਖਾ ਰਹੇ ਹੋ, ਕਿਉਂਕਿ ਬਾਡੀ ਵਾਸਤੇ ਸਾਰੇ ਕੈਮੀਕਲ ਜ਼ਹਿਰ ਨੇ। ਬਾਡੀ ਕੋਲ ਕੋਈ ਭਾਸ਼ਾ ਨਹੀਂ ਹੋਰ, ਬਾਡੀ ਹਰ ਕੈਮੀਕਲ ਨੂੰ ਜ਼ਹਿਰ ਮੰਨਦੀ ਹੈ। ਤੋ ਇਹ ਜਿਹੜਾ ਵਰਤਾਰਾ ਅੱਜ ਜਿਹਦੇ 'ਚ ਫਸ ਗਏ ਹੋਏ ਆ ਔਰ ਫਸ ਕੇ ਬਹੁਤ ਬੁਰੀ ਤਰ੍ਹਾਂ ਬਿਮਾਰ ਹੋ ਰਹੇ ਆ, ਉਹ ਇਕੱਲੇ ਬਿਮਾਰ ਨਹੀਂ ਹੋ ਰਹੇ, ਅਸੀਂ ਤਬਾਹ ਹੋ ਰਹੇ ਹਾਂ। ਸਾਡੀ ਸਰੀਰਕ ਸਿਹਤ ਤਬਾਹ ਹੋ ਰਹੀ ਹੈ, ਸਾਡੀ ਮਾਨਸਿਕ ਸਿਹਤ ਤਬਾਹ ਹੋ ਰਹੀ ਹੈ, ਸਾਡੀ ਜਿਹੜੀ ਪ੍ਰਜਨਨ ਕਿਰਿਆ ਤਬਾਹ ਹੋ ਰਹੀ ਹੈ। ਪ੍ਰਜਨਨ ਕਿਰਿਆ ਜਿਹਨੂੰ ਅਸੀਂ ਐਜ਼ ਏ ਸਿਵਲਾਈਜੇਸ਼ਨ ਵੀ ਅਸੀਂ ਅੰਡਰ ਥ੍ਰੈਟ ਆ ਗਏ ਹਾਂ। ਔਰ ਉਹ 'ਚ ਇਹਨਾਂ ਦਵਾਈਆਂ ਦਾ ਬਹੁਤ ਵੱਡਾ ਰੋਲ ਹੈ ਸਾਨੂੰ ਬਿਮਾਰ ਕਰਨ 'ਚ। ਜਿੱਥੇ ਬਾਕੀ ਕੈਮੀਕਲ ਦਾ ਰੋਲ ਹੈ, ਖੇਤੀ ਵਾਲੇ ਕੈਮੀਕਲ ਦਾ, ਇੰਡਸਟਰੀਅਲ ਕੈਮੀਕਲ ਦਾ, ਪੋਲੂਸ਼ਨ ਕਰਕੇ, ਉੱਥੇ ਇਹਨਾਂ ਦਵਾਈਆਂ ਦਾ ਵੀ ਬਹੁਤ ਵੱਡਾ ਰੋਲ ਹੈ। ਜਿਹੜਾ ਬੰਦਾ 20 ਦਵਾਈਆਂ ਖਾ ਰਿਹਾ ਤੇ 20 ਦਵਾਈਆਂ ਖਾਣ ਦੇ ਬਾਵਜੂਦ ਦੀ ਸਿਹਤ ਤਾਂ ਹੈ ਨਹੀਂ, ਉਹ ਤਾਂ ਕੰਮ ਚਲਾ ਰਿਹਾ, ਉਹ ਡੰਗ ਟਪਾਊ ਜਿਹਾ ਕੰਮ ਹੋਈ ਜਾ ਰਿਹਾ ਉਹਦਾ। ਲੇਕਿਨ ਇਹ ਜਿਹੜਾ ਵਰਤਾਰਾ ਆਇਆ ਕਿਤੇ ਨਾ ਕਿਤੇ ਮਾਡਰਨ ਮੈਡੀਸਨ ਵਾਲਾ, ਇਹਦੇ ਤੋਂ ਹੁਣ ਸਾਨੂੰ ਵਾਪਸ ਆਉਣਾ ਪੈਣਾ ਅਤੇ ਸਾਨੂੰ ਇਹਨੂੰ ਰੈਸ਼ਨਲਾਈਜ਼ ਕਰਨਾ ਪੈਣਾ। ਠੀਕ ਹੈ, ਐਲੋਪੈਥਿਕ ਦਵਾਈਆਂ ਦਾ ਕਿਤੇ ਰੋਲ ਹੋ ਸਕਦਾ, ਲੇਕਿਨ ਸਿਹਤਮੰਦ ਕਰਨ 'ਚ ਬਹੁਤਾ ਰੋਲ ਨਹੀਂ ਹੈ। ਬਿਮਾਰੀ ਦੀ ਇੱਕ ਖਾਸ ਅਵਸਥਾ 'ਚ ਪਹੁੰਚ ਗਏ ਜਿੱਥੇ ਕਿ ਬਹੁਤ ਜ਼ਿਆਦਾ ਤੁਹਾਡੇ 'ਤੇ ਬਿਮਾਰੀ ਭਾਰੂ ਹੋ ਚੁੱਕੀ ਹੈ। ਆਰਜੀ ਤੌਰ 'ਤੇ ਤੁਸੀਂ ਕਿਸੇ ਐਲੋਪੈਥਿਕ ਦਵਾਈ ਦੀ ਮਦਦ ਲੈ ਲਓ, ਉਹ ਅਲੱਗ ਗੱਲ ਹੈ। ਲੇਕਿਨ ਤੁਸੀਂ ਇਹ ਸੋਚੋ ਵੀ ਐਲੋਪੈਥਿਕ ਦਵਾਈ ਤੁਹਾਨੂੰ ਤੰਦਰੁਸਤ ਕਰ ਦੂਗੀ, ਨਹੀਂ ਕਰ ਸਕਦੀ। ਮੈਂ ਤਾਂ ਐਲੋਪੈਥਿਕ ਦਾ ਬੰਦਾ, ਮੈਂ 2 MDਆਂ ਕੀਤੀਆਂ ਨੇ, ਮੈਂ 50 ਸਾਲ ਐਲੋਪੈਥੀ 'ਚ ਹੰਢਾਏ ਹੈ। ਔਰ ਇਕੱਲੇ ਮਰੀਜ਼ ਨਾਲ ਮੈਂ ਮਤਲਬ ਜਿਹਨੂੰ ਕਹਿੰਦੇ ਉਹਦੀਆਂ ਭਾਵਨਾਵਾਂ, ਉਹਨੂੰ ਹਰ ਚੀਜ਼ ਉਹਦੀ ਅਬਜ਼ਰਵ ਕੀਤੀ ਹੈ ਕਿ ਕਿਵੇਂ ਬਿਹੇਵ ਕਰਦਾ ਉਹ ਐਲੋਪੈਥੀ ਦੀ ਦਵਾਈ ਤੁਹਾਨੂੰ ਕੋਈ ਤੰਦਰੁਸਤ ਨਹੀਂ ਕਰ ਸਕਦੀ। ਸੈਕਟਰੀ ਦੀਆਂ ਦਵਾਈਆਂ ਬਹੁਤ ਹੀ ਵਾਹੀਆਤ ਨੇ ਮਾਨਸਿਕ ਰੋਗਾਂ ਦੀਆਂ। ਮਤਲਬ ਤੁਹਾਨੂੰ ਨਫ਼ਰਤ ਹੋ ਜਾਂਦੀ ਹੈ ਦਵਾਈਆਂ ਤੋਂ ਕਿ ਬੰਦਾ ਦਵਾਈਆਂ ਜਿਹੜਾ ਖਾ ਰਿਹਾ ਹੈ ਮਾਨਸਿਕ ਰੋਗਾਂ ਦੀਆਂ, ਉਹ ਖਾ ਕੇ ਦਵਾਈਆਂ ਬੰਦਾ ਉਹ ਇਹ ਨਹੀਂ ਇੱਕ ਲੈਵਲ 'ਤੇ ਸਮਝ ਆਉਂਦੀ ਵੀ ਇਹ ਦਵਾਈਆਂ ਕਰਕੇ ਬਿਮਾਰ ਹੈ ਕਿ ਬਿਮਾਰੀ ਕਰਕੇ ਬਿਮਾਰ ਹੈ। ਫਿਰ ਉਹ ਛੱਡੇ ਕਿਵੇਂ? ਫਿਰ ਉਹ ਆਦੀ ਹੋ ਗਿਆ, ਇੱਥੇ ਆਦੀ ਹੋ ਗਿਆ ਨਰਵਸ ਸਿਸਟਮ, ਹੁਣ ਛੱਡ ਨਹੀਂ ਸਕਦਾ। ਨਾ ਉਹ ਜਿਉਂਦਿਆਂ 'ਚ ਨਾ ਮਰਿਆਂ 'ਚ ਵਿੱਚ ਵਿਚਾਲੇ ਲਟਕਿਆ ਹੁੰਦਾ, ਮੁਰਦਾ ਲਾਸ਼, ਜਿਉਂਦੀ ਲਾਸ਼। ਤੋ ਇਸ ਕਰਕੇ ਇਹ ਜਿਹੜਾ ਵਰਤਾਰਾ ਨਾ ਜਿਹੜਾ ਕਿਤੇ ਨਾ ਕਿਤੇ ਇਹ ਅਸੀਂ ਅੰਗਰੇਜ਼ਾਂ ਨੇ ਲਿਆਂਦਾ। ਔਰ ਸਾਡੀ ਬਦਕਿਸਮਤੀ ਕਿ 70 ਸਾਲ ਤੋਂ ਅਸੀਂ ਉਹੀ ਪਾਲਿਸੀ ਲਾਗੂ ਕਰ ਰਹੇ ਹਾਂ। ਅੱਜ ਵੀ ਅਸੀਂ ਸਟਰਗਲ ਕਰ ਰਹੇ ਹਾਂ ਕਿ ਆਯੁਰਵੇਦ 'ਤੇ ਮੇਨ ਡਿਪੈਂਡੈਂਸ ਹੋਣੀ ਚਾਹੀਦੀ ਆ। ਔਰ ਅੱਜ ਜਿਹੜੀ ਸਾਰਾ ਬਜਟ ਜਿਹੜਾ ਉਹ ਐਲੋਪੈਥੀ ਨੂੰ ਅਲੋਟਡ ਹੈ। 3% ਟੋਟਲ ਹੈਲਥ ਬਜਟ ਦਾ 3-4% ਸਿਰਫ ਆਯੁਰਵੇਦ ਨੂੰ ਮਿਲਦਾ। ਕੋਈ ਰਿਸਰਚ ਨਹੀਂ ਹੈ ਉਹਦੇ ਉੱਪਰ, ਕੋਈ ਉਹਦੇ ਉੱਪਰ ਇੰਫਰਾਸਟ੍ਰਕਚਰ ਨਹੀਂ ਹੈ। ਅਸੀਂ ਲੜ ਕੇ ਮਰ ਗਏ ਕਈ ਸਾਲਾਂ ਤੋਂ ਵੀ ਇਹਨਾਂ ਨੂੰ ਇੰਟੈਗਰੇਟ ਕਰੋ ਵੀ ਇੱਕੋ ਹੀ ਛੱਤ ਦੇ ਥੱਲੇ ਜਿਹੜੀ ਐਲੋਪੈਥਿਕ ਵੀ ਹੋਵੇ, ਆਯੁਰਵੈਦਿਕ ਵੀ ਹੋਵੇ, ਹੋਮੋਪੈਥੀ ਵੀ ਹੋਵੇ, ਨੈਚੁਰੋਪੈਥੀ ਵੀ ਹੋਵੇ, ਸਾਰਿਆਂ ਨੂੰ ਇੱਕੋ ਛੱਤ ਥੱਲੇ ਅਵੇਲੇਬਲ ਕਰੋ। ਔਰ ਡਾਕਟਰਾਂ ਨੂੰ ਆਪਸ 'ਚ ਇੱਕ ਦਿਨ ਤੋਂ ਸਿਖਾਓ। ਡਾਕਟਰ ਨੂੰ ਪਤਾ ਹੋਵੇ ਕਿ ਮੇਰਾ ਜਿਹੜਾ ਇਹ ਮਰੀਜ਼ ਹੈ, ਇਹ ਮੈਂ ਐਲੋਪੈਥੀ ਦੀ ਆਹ ਦਵਾਈ ਦਊਂਗਾ ਤਾਂ ਇਹਨੂੰ ਆਹ ਬੈਨੀਫਿਟ ਹੋ ਜਾਏਗਾ। ਉਸ ਤੋਂ ਅੱਗੇ ਫਿਰ ਕੋਈ ਆਯੁਰਵੈਦਿਕ ਦੀ ਜਾਂ ਨੈਚੁਰੋਪੈਥੀ ਦੀ ਜਾਂ ਹੋਮੋਪੈਥੀ ਦੀ ਜਾਂ ਕੋਈ ਹੋਰ ਚੀਜ਼ ਹੈਲਪ ਕਰੇਗੀ। ਤਾਂ ਉਹ ਚੀਜ਼ ਅੱਜ ਵੀ ਜਿਹੜੀ ਅਸੀਂ 70 ਸਾਲ ਬਾਅਦ ਵੀ ਅਸੀਂ ਉੱਥੇ ਦੇ ਉੱਥੇ ਖੜ੍ਹੇ ਹਾਂ। ਜੋ ਅੰਗਰੇਜ਼ਾਂ ਨੇ ਨੁਕਸਾਨ ਕੀਤਾ ਸੀਗਾ। ਜਿਹੜੀਆਂ ਸਾਡੀਆਂ ਆਜ਼ਾਦੀ ਤੋਂ ਬਾਅਦ ਦੀਆਂ ਸਰਕਾਰਾਂ ਨੇ, ਉਹਨੇ ਵੀ ਉਹ ਨੁਕਸਾਨ ਨੂੰ ਦੀ ਭਰਪਾਈ ਤਾਂ ਕੀ ਕਰਨੀ ਸੀ, ਉਹ ਸਗੋਂ ਉਸੇ ਨੂੰ ਜਿਹੜੀ ਆ ਜਾਰੀ ਰੱਖ ਰਹੀਆਂ ਨੇ। ਡਾਕਟਰ ਸਾਹਿਬ, ਫਿਰ ਆਪਣੀ ਇਮਿਊਨਿਟੀ ਦਾ ਗੇਟਵੇ ਕੀ ਹੈ? ਇਮਿਊਨਿਟੀ ਦਾ ਗੇਟਵੇ ਇੱਕੋ ਹੀ ਹੈ। ਉਹਨੂੰ ਅਸੀਂ ਜਿਹੜਾ ਆਪਾਂ ਨਾਂ ਦਿੱਤਾ ਹੋਲਿਸਟਿਕ ਹੈਲਥ ਸਿਸਟਮ। ਹੋਲਿਸਟਿਕ ਹੈਲਥ ਸਿਸਟਮ 'ਚ ਪੰਜ ਕੰਪੋਨੈਂਟ ਨੇ ਹੋਲਿਸਟਿਕ ਹੈਲਥ ਦੇ। ਪਹਿਲਾ ਕੰਪੋਨੈਂਟ ਹੈ ਆਹਾਰ 'ਚ ਆਪਾਂ ਗੱਲ ਕਰ ਰਹੇ ਹਾਂ ਡਾਈਟ ਦੀ ਬਹੁਤ ਜ਼ਿਆਦਾ, ਲੇਕਿਨ ਆਹਾਰ ਇਕੱਲਾ ਡਾਈਟ ਨਹੀਂ ਹੁੰਦਾ। ਆਹਾਰ ਹਵਾ ਵੀ ਆਹਾਰ ਹੈ, ਹਵਾ ਅਸੀਂ ਲੈ ਰਹੇ ਹਾਂ। ਸਭ ਤੋਂ ਵੱਡਾ ਆਹਾਰ ਸਾਡੀ ਹਵਾ ਹੈ। ਉਸ ਤੋਂ ਥੋੜ੍ਹਾ ਛੋਟਾ ਆਹਾਰ ਸਾਡਾ ਪਾਣੀ ਹੈ। ਉਸ ਤੋਂ ਛੋਟਾ ਆਹਾਰ ਫੂਡ ਹੈ। ਸੋ 3 ਮੁੱਖ ਆਹਾਰ ਨੇ। ਵੈਸੇ ਆਹਾਰ ਹੋਰ ਵੀ ਹੁੰਦੇ ਆ, ਦੇਖਣਾ, ਸੁਣਨਾ, ਇਹ ਸਾਰਾ ਆਪਸ 'ਚ ਸੁੰਘਣਾ, ਇਹ ਵੀ ਆਹਾਰ ਹੁੰਦੇ ਨੇ। ਲੇਕਿਨ ਚਲੋ ਉਹਨਾਂ ਨੂੰ ਆਪਾਂ ਛੱਡ ਦਈਏ ਇੱਕ ਵਾਰੀ, ਉਹ ਫਿਰ ਉਲਝ ਜਾਏਗੀ ਗੱਲ। ਤਾਂ ਜਿਹੜੇ ਹਵਾ ਪਾਣੀ ਦੀ ਜਿਹੜੀ ਸ਼ੁੱਧਤਾ ਜਿਹੜੀ ਹੈ ਉਹ ਤਾਂ ਚਾਹੀਦੀ ਸਾਨੂੰ। ਲੇਕਿਨ ਜਿਹੜਾ ਮੁੱਖ ਗੱਲ ਹੈ ਜਿਹੜੀ ਸਾਡੇ ਹੱਥ 'ਚ ਹੈ, ਉਹ ਹੈਗੀ ਹੈ ਭੋਜਨ ਦਾ ਕਿ ਜੇ ਭੋਜਨ ਠੀਕ ਖਾ ਲਈਏ। ਅੱਜ ਵੀ ਅਸੀਂ ਜਿਹੜਾ ਹੁਣ ਅਸੀਂ ਕਰ ਰਹੇ ਹਾਂ ਇੱਥੇ ਇਸ ਸੈਂਟਰ 'ਚ, ਕਿ ਭੋਜਨ ਦੇ ਨਾਲ ਇੰਨਾ ਮਤਲਬ ਕਮਾਲ ਦੇ ਰਿਜ਼ਲਟਸ ਨੇ ਕਿ ਜੇ ਭੋਜਨ ਠੀਕ ਕਰ ਦਿੰਦੇ ਹੋ ਤਾਂ ਜਿਨ੍ਹਾਂ ਬਿਮਾਰੀਆਂ ਨੂੰ ਲਾਇਲਾਜ ਘੋਸ਼ਿਤ ਕਰਤਾ ਗਿਆ, ਉਹਨਾਂ ਦੇ ਬੜੇ ਆਸਾਨੀ ਨਾਲ ਉਹ ਬਿਮਾਰੀਆਂ ਠੀਕ ਹੋ ਰਹੀਆਂ ਨੇ। ਔਰ ਥਾਇਰਾਇਡ ਹੋਇਆ, ਚਾਹੇ ਸ਼ੂਗਰ ਹੋਇਆ, ਚਾਹੇ BP ਹੋਇਆ, ਚਾਹੇ ਮੋਟਾਪਾ ਹੋਇਆ, ਚਾਹੇ ਆਟੋਇਮਿਊਨ ਡਿਸਆਰਡਰ ਹੋਏ। ਆਟੋਇਮਿਊਨ ਡਿਸਆਰਡਰ ਜਿਨ੍ਹਾਂ ਨੂੰ ਬਿਲਕੁਲ ਇਹਨਾਂ ਨਾਲ ਇੰਨੀਆਂ ਗੰਦੀਆਂ ਦਵਾਈਆਂ ਪਾਉਂਦੇ ਆ ਕਿ ਬੰਦੇ ਨੂੰ ਤਰਸ ਆਉਂਦਾ ਵੀ ਤੁਸੀਂ ਐਂਟੀ ਕੈਂਸਰ ਡਰੱਗਸ ਪਾ ਰੱਖੀਆਂ ਉਹਦੇ, ਉਹ ਮਰੀਜ਼ ਵਿਚਾਰਾ ਖਾਈ ਜਾਂਦਾ।
ਉਹ ਫਿਰ ਇਹ ਕੁਲਵੰਤ ਜੀ ਇੰਨਾ ਨੁਕਸਾਨ ਹੋ ਰਿਹਾ ਇਹਨਾਂ ਦਾ ਕਿ ਉਹ ਬੰਦਾ ਜਿਹੜੀਆਂ ਇੰਨੀਆਂ ਗੰਦੀਆਂ ਤੇਜ਼ ਦਵਾਈਆਂ ਖਾ ਰਿਹਾ ਹੁੰਦਾ, ਉਹ ਇਕੱਲਾ ਇਹ ਨਹੀਂ ਤਾਂ ਪੈਸੇ ਨੁਕਸਾਨ ਹੋ ਰਹੇ ਤੇ ਉਹਦੀ ਸਿਹਤ ਨੁਕਸਾਨ ਹੋ ਰਹੀ ਹੈ। ਉਹ ਵਿਚਾਰੇ ਨੇ ਬਹੁਤ ਸਾਰੇ ਕ੍ਰੀਏਟਿਵ ਕੰਮ ਕਰਨੇ ਸੀਗੇ। ਕਿਸੇ ਨੇ ਕੋਈ ਕਲਾਕਾਰ ਸੀ, ਕੋਈ ਫੋਟੋਗ੍ਰਾਫਰ ਸੀ, ਕੋਈ ਕਹਾਣੀਕਾਰ ਸੀ, ਕੋਈ ਉਹਨੇ ਬੜਾ ਵਧੀਆ ਕੰਮ ਕਰਨੇ ਸੀਗੇ। ਉਹ ਕਾਹਦੇ 'ਚ ਉਲਝ ਗਿਆ ਹੁਣ? ਉਹ ਆਪਣੀ ਸਿਹਤ 'ਚ ਉਲਝ ਗਿਆ। ਮਤਲਬ ਬੰਦੇ ਨੂੰ ਆਪਣੇ ਦਵਾਈਆਂ ਦੇ ਚੱਕਰ 'ਚ ਉਲਝਾ ਕੇ ਉਹਦੀ ਸਾਰੀ ਕ੍ਰੀਏਟੀਵਿਟੀ ਜਿਹੜੀ ਹੈ, ਉਹਦਾ ਇੱਕ ਮਨੁੱਖ ਦਾ ਜਿਹੜਾ ਜਿਹਨੇ ਫੁੱਲ ਨੇ ਪੂਰਾ ਖਿੜਨਾ ਸੀਗਾ, ਉਹਨੂੰ ਅਸੀਂ ਉੱਥੇ ਮੁਰਝਾਤਾ ਅਤੇ ਉਹ ਵਿਚਾਰਾ ਜਵਾਨੀ 'ਚ ਹੀ ਮੁਰਝਾ ਜਾਂਦਾ। ਫਿਰ ਉਹ ਮੁਰਝਾਇਆ ਬੁਢਾਪੇ ਤੱਕ ਮਰਦਾ, ਕਦੀ ਉਹ ਖਿੜਦਾ ਨਹੀਂ। ਜੇ ਕੁਦਰਤ 'ਚ ਜਿਹੜਾ ਨਾ ਫੁੱਲ ਪੂਰਾ ਖਿੜਿਆ ਹੋਵੇ ਤਾਂ ਕੀ ਉਹ ਜੋ ਸੁੰਦਰਤਾ ਹੁੰਦੀ ਹੈ, ਇਸ ਤਰ੍ਹਾਂ ਮਨੁੱਖ ਦੀ ਸੁੰਦਰਤਾ ਹੁੰਦੀ ਹੈ ਕਿ ਮਨੁੱਖ ਨੇ ਬਚਪਨ ਤੋਂ ਜਵਾਨ ਹੋਣਾ ਸਿੱਖਣਾ, ਫਿਰ ਜਵਾਨੀ ਤੋਂ ਬਾਅਦ ਉਹਨੇ ਸਮਾਜ ਨੂੰ ਦੇਣਾ ਖਿੜ ਕੇ ਪੂਰੀ। ਉਹ ਸਟੇਜ ਦੇ ਵਿੱਚ ਜਿਹੜੇ ਬੰਦੇ ਨੂੰ ਅਸੀਂ ਦਵਾਈਆਂ ਖਵਾ ਕੇ ਗੰਦੀਆਂ ਅਤੇ ਉਹ ਸਾਰਾ ਦਵਾ ਦਿੰਦੇ ਹਾਂ। ਉਹ ਵਿਚਾਰਾ ਫਿਰ ਬਾਕੀ ਦਾ ਸਾਰੀ ਉਮਰ ਜਿਹੜੀ ਆਪਣੀ ਉਹ ਕਮਾਉਂਦਾ, ਫਿਰ ਡਾਕਟਰਾਂ ਨੂੰ ਦੇ ਆਉਂਦਾ, ਦਵਾਈਆਂ ਨੂੰ ਦੇ ਆਉਂਦਾ, ਫਿਰ ਇਸੇ ਚੱਕਰ 'ਚ ਉਲਝਦਾ ਰਹਿੰਦਾ। ਅਤੇ ਉਹ ਨਾ ਤਾਂ ਢੰਗ ਸਿਰ ਆਪਣੇ ਪਰਿਵਾਰ ਦਾ ਖਿਆਲ ਰੱਖ ਸਕਦਾ, ਨਾ ਆਪਣੇ ਬੱਚਿਆਂ ਦਾ ਖਿਆਲ ਰੱਖ ਸਕਦਾ, ਨਾ ਉਹ ਸਮਾਜ ਨੂੰ ਕੁਝ ਦੇ ਸਕਦਾ। ਅਤੇ ਇਹ ਬੜਾ ਕੁਚੱਕਰ ਹੈ। ਇਸ ਕੁਚੱਕਰ 'ਚ ਫਸਾਉਣ ਵਾਲੀ ਜਿਹੜੀਆਂ ਨੇ ਸਾਡਾ ਸਿਸਟਮ ਹੈ, ਜਿਹੜਾ ਸਾਡਾ ਦਵਾਈਆਂ ਵਾਲਾ, ਇਹ ਬਹੁਤ ਵੱਡਾ ਜਿਹੜਾ ਸਾਡੇ ਲਈ ਕੁਚੱਕਰ ਬਣ ਗਿਆ। ਇਸ ਕੁਚੱਕਰ 'ਚੋਂ ਵੀ ਸਮਾਜ ਨੂੰ ਕੱਢਣਾ ਬਹੁਤ ਜ਼ਰੂਰੀ ਹੈ। ਅਤੇ ਇੱਕ ਤਾਂ ਹੋ ਗਿਆ ਆਹਾਰ, ਅਤੇ ਫਿਰ ਜਿਹੜੇ ਬਾਕੀ ਦੇ ਤੁਸੀਂ 5 ਦੇ ਵਿੱਚੋਂ 4 ਜਿਹੜੇ ਕਹਿ ਰਹੇ ਹੋ ਉਹ ਕਿਹੜੇ ਨੇ? ਉਹਦੇ 'ਚ ਦੂਸਰੇ ਨੰਬਰ 'ਤੇ ਅਸੀਂ ਲੈਂਦੇ ਹਾਂ ਜਿਹੜੇ ਮੈਡੀਸਨਲ ਪਲਾਂਟਸ, ਦੁਆ ਪੌਦੇ। ਸਾਡੇ ਆਲੇ ਦੁਆਲੇ ਕੁਲਵੰਤ ਜੀ ਬਹੁਤ ਕਮਾਲ ਦੇ ਦੁਆ ਪੌਦੇ ਨੇ। ਤੁਸੀਂ ਤਾਂ ਹੁਣੇ ਇੱਕ ਉਹ ਦੇਖ ਕੇ ਆਏ ਹੋ ਨਰਸਰੀ, ਅਤੇ ਉਹਦਾ ਵੀਡੀਓ ਬਣਾਈ ਹੈ, ਤਾਂ ਉਹ ਤੁਸੀਂ ਤਾਂ ਦੇਖਿਆ ਖਜ਼ਾਨਾ ਪੂਰਾ। ਅਤੇ ਇਸ ਗੱਲ ਲਈ ਸਾਨੂੰ ਕੋਈ ਯਤਨਸ਼ੀਲ ਹੋਣਾ ਚਾਹੀਦਾ ਕਿ ਸਾਡੇ ਆਲੇ ਦੁਆਲੇ 100 ਘੱਟੋ ਘੱਟ ਪੌਦੇ ਹੁਣ ਗਿਣ ਕੇ ਸਾਡੇ ਕੋਲ ਲਿਸਟ ਬਣੀ ਹੋਵੇ ਕਿ ਮੈਂ ਆਪਣੇ ਆਲੇ ਦੁਆਲੇ 100 ਪੌਦਾ ਘੱਟੋ ਘੱਟ ਰੱਖਣਾ ਜਿਹੜਾ ਮੇਰੀ ਸਿਹਤ ਲਈ ਵਰਦਾਨ ਹੈ। ਅਤੇ ਤੁਸੀਂ ਆਸਾਨੀ ਨਾਲ 100 ਦਾ ਨੰਬਰ ਅਚੀਵ ਕਰ ਲਓਗੇ। ਉਸ ਤੋਂ ਅੱਗੇ ਫਿਰ ਉਹ ਵੈਸੇ ਪੂਰਾ ਜੇ ਲਾਉਂਗੇ ਤਾਂ 1000 ਹੈ, 1000 ਪੌਦਾ ਬੜੇ ਆਰਾਮ ਨਾਲ ਬਣ ਜਾਂਦਾ। ਲੇਕਿਨ 100 ਦੀ ਮੈਂ ਸਮਝਦਾ ਨੌਲੇਜ ਹਰ ਬੰਦੇ ਨੂੰ ਹੋਣੀ ਚਾਹੀਦੀ ਹੈ ਕਿ ਉਹਦੇ ਕੋਲ ਲਿਸਟ ਵੀ ਹੋਣੀ ਚਾਹੀਦੀ ਹੈ ਕਿ ਆਹ ਜਿਹੜਾ ਪੌਦਾ ਮੇਰੇ ਆਲੇ ਦੁਆਲੇ ਖੜਾ, ਮੈਂ ਇਸ ਹਾਲਾਤ 'ਚ ਇੱਦਾਂ ਵਰਤਣਾ। ਬੜੇ ਸੌਖੇ ਢੰਗ ਨੇ ਵਰਤਦੇ ਉਹਨਾਂ ਦੇ। ਤਾਂ ਦੁਆ ਪੌਦੇ 2 ਨੰਬਰ ਦਾ ਜਿਹੜਾ ਹੈ ਉਹਦਾ ਹੋਲਿਸਟਿਕ ਹੈਲਥ ਦਾ ਸਾਡਾ ਥੰਮ ਹੈ। ਥੰਮ ਨੰਬਰ 2 ਜਿਹੜਾ ਉਹ ਦੁਆ ਪੌਦੇ ਹੈ। ਥੰਮ ਨੰਬਰ 3 ਹੈ ਕਿ ਫਿਜ਼ੀਕਲ ਐਕਟੀਵਿਟੀ ਜਾਂ ਵਰਜਿਸ਼। ਮਨੁੱਖੀ ਸਰੀਰ ਮੁਸ਼ੱਕਤ ਲਈ ਬਣਿਆ। ਉਹ ਸਾਡੀਆਂ ਪੁਸ਼ਤ ਅਸੀਂ ਬਹੁਤ ਸਖਤ ਮੁਸ਼ੱਕਤ ਕਰਦੇ ਰਹੇ ਹਾਂ, ਅਤੇ ਸਾਡੇ ਸਰੀਰ ਦੀ ਬਣਤਰ ਹੀ ਇੱਦਾਂ ਦੀ ਹੈ ਕਿ ਜੇ ਅਸੀਂ ਇਹਨੂੰ ਵੀਕ ਕਰ ਲਿਆ ਤਾਂ ਬਿਮਾਰ ਹੋਵਾਂਗੇ। ਜਿਹੜਾ ਸਾਡਾ ਢਾਂਚਾ ਹੈ, ਜਿਹਨੂੰ ਅਸੀਂ ਮਸਕੂਲਰ ਸਕੈਲਟਲ ਸਿਸਟਮ ਕਹਿੰਦੇ ਹਾਂ, ਯਾਨੀ ਕਿ ਹੱਡੀਆਂ ਅਤੇ ਜੋੜਾਂ ਅਤੇ ਪੱਠਿਆਂ ਦਾ ਬਣਿਆ ਹੋਇਆ ਢਾਂਚਾ ਹੈ, ਜੇ ਅਸੀਂ ਕਮਜ਼ੋਰ ਕਰ ਲਿਆ ਤਾਂ ਬਿਮਾਰੀ ਆਏਗੀ ਸਾਡੇ ਵੱਲ। ਸੋ ਇਹਨਾਂ ਨੂੰ ਮਜ਼ਬੂਤ ਰੱਖਣਾ ਬਹੁਤ ਹੀ ਜ਼ਰੂਰੀ ਹੈ। ਔਰ ਮਜ਼ਬੂਤ ਰੱਖਣ ਦਾ ਜਿਹੜਾ ਸਭ ਤੋਂ ਵਧੀਆ ਤਰੀਕਾ ਹੈ, ਸਖਤ ਕੰਮ ਕਰੋ। ਕੰਮ ਜਿਹੜਾ ਉਹ ਪੁੰਨ ਦੀਆਂ ਪੁੰਨ ਅਤੇ ਫਲੀ ਦੀਆਂ ਫਲੀਆਂ, ਨਾਲੇ ਤਾਂ ਵਰਜਿਸ਼ ਦੀ ਵਰਜਿਸ਼ ਹੈ ਅਤੇ ਨਾਲੇ ਆਰਥਿਕ ਤੌਰ 'ਤੇ ਤੁਹਾਨੂੰ 4 ਪੈਸੇ ਮਿਲਦੇ ਆ। ਠੀਕ ਹੈ ਨਾ। ਹੁਣ ਅਸੀਂ ਮੋਟਰਸਾਈਕਲ 'ਤੇ ਕਾਰ 'ਤੇ ਫਿਰੀ ਜਾਂਦੇ, ਸਾਈਕਲ 'ਤੇ ਕਿਉਂ ਨਹੀਂ ਫਿਰ ਸਕਦੇ? ਨਾਲੇ ਤਾਂ ਪੈਟਰੋਲ ਬਚੂ, ਨਾਲੇ ਵਾਤਾਵਰਨ ਬਚੂ, ਨਾਲੇ ਸਾਡੀ ਸਿਹਤ ਬਣੂ। ਤਾਂ ਇੱਦਾਂ ਦਾ ਆਪਣਾ ਰੂਟੀਨ ਪਾਉਣਾ ਚਾਹੀਦਾ ਹੈ ਕਿ ਸਾਡਾ ਰੂਟੀਨ 'ਚ ਹੀ ਕੰਮ ਹੋਵੇ। ਜੇ ਬਾਈ ਚਾਂਸ ਤੁਹਾਡਾ ਰੂਟੀਨ ਇੱਦਾਂ ਦਾ ਹੈਗਾ ਕਿ ਕੁਝ ਕੰਮ ਨਹੀਂ ਹੈਗਾ, ਤਾਂ ਫਿਰ ਵਰਜਿਸ਼ ਕਰੋ। ਫਿਰ ਘੰਟਾ ਲਾ ਲਓ, ਘੰਟਾ 1.5 ਘੰਟਾ ਰੋਜ਼ ਲਾ ਲਓ, ਵਰਜਿਸ਼ ਕਰੋ, ਯੋਗਾ ਕਰੋ। ਯੋਗਾ ਸਭ ਤੋਂ ਉੱਤਮ ਐਕਸਰਸਾਈਜ਼ ਯੋਗਾ ਹੈ। ਅਤੇ ਜੇ ਬੱਚਿਆਂ ਵਾਸਤੇ ਜਿਹੜੀ ਗੇਮਾਂ ਨੇ ਜਾਂ ਡਾਂਸਿੰਗ ਹੈ, ਤਾਂ ਉਹ ਬੰਦਾ ਆਪਣੇ ਟੇਸਟ ਦੇ ਹਿਸਾਬ ਨਾਲ ਵਰਜਿਸ਼ ਕਰ ਸਕਦਾ। 3 ਨੰਬਰ ਇਹ ਹੈ। ਅਤੇ 4 ਨੰਬਰ ਹੈ ਜਿਹਨੂੰ ਬਹੁਤ ਹੀ ਸੂਖਸ਼ਮ ਹੈ, ਜਿਹੜਾ ਉਹ ਹੈ ਮਾਈਂਡ ਮੈਨੇਜਮੈਂਟ। ਖੁਸ਼ ਰਹਿਣਾ ਬਹੁਤ ਹੀ ਜ਼ਰੂਰੀ ਹੈ। ਖੁਸ਼ੀ ਜਿਹੜੀ ਹੈ ਇਹ ਮਨੁੱਖ ਦੀ ਸਿਹਤ ਦਾ ਰਾਜ਼ ਹੈ, ਪੂਰਾ ਜੜ ਹੈ। ਖੁਸ਼ ਔਰ ਚੜ੍ਹਦੀ ਕਲਾ 'ਚ ਮਨੁੱਖ ਜਿਹੜਾ ਹੈ ਉਹ ਕਦੀ ਨਹੀਂ ਮਰਦਾ ਸਮੇਂ ਤੋਂ ਪਹਿਲਾਂ। ਉਹਦੇ ਅੰਦਰ ਜਿਹੜੀ ਔਰ ਉੱਥੋਂ ਉਸ ਖੁਸ਼ੀ ਤੋਂ ਲੈ ਕੇ ਆਸਥਾ ਤੱਕ ਜਿਹੜੀ ਸਾਡੀ ਆਸਥਾ ਹੈ ਪਰਮਾਤਮਾ ਦੇ ਅੰਦਰ, ਕੁਦਰਤ ਦੇ ਅੰਦਰ, ਉਹ ਆਸਥਾ ਵੀ ਬੜੀ ਸਟਰੋਂਗ ਹੈ। ਸਾਡਾ ਤਾਂ ਸੱਭਿਆਚਾਰ ਹੈ, ਲੇਕਿਨ ਬੜੀ ਬਦਕਿਸਮਤੀ ਦੀ ਗੱਲ ਹੈ ਕਿ ਸਾਡੇ ਜਿਹੜੇ ਰੂਟੀਨ ਅਸੀਂ ਜਿਸ ਦੌਰ 'ਚੋਂ ਲੰਘ ਰਹੇ ਹਾਂ, ਇਹਦੇ ਅੰਦਰ ਸਾਰੇ ਦੇ ਸਾਰੇ ਡੈਮੇਜ ਹੋ ਰਹੇ ਹਾਂ। ਅਸੀਂ ਲੋਕਾਂ ਨੂੰ ਅੰਦਰ ਤਾੜਤਾ, ਮਾਸਕਾਂ ਲਵਾਤੀਆਂ, ਕਮਰਿਆਂ 'ਚ ਨਾ ਤਾਂ ਧੁੱਪੇ ਜਾਣ ਦਿੰਦੇ ਹਾਂ, ਨਾ ਉਹਨੂੰ ਖੇਡਣ ਦਿੰਦੇ ਹਾਂ, ਨਾ ਉਹਨੂੰ ਬਰਥਡੇ ਮਨਾਉਣ ਦਿੰਦੇ ਹਾਂ, ਨਾ ਵਿਆਹਾਂ 'ਤੇ ਨੱਚਣ ਦਿੰਦੇ ਹਾਂ, ਨਾ ਅਸੀਂ ਉਹਨੂੰ ਜਿੰਮਾਂ 'ਚ ਜਾਣ ਦਿੰਦੇ ਹਾਂ, ਨਾ ਅਸੀਂ ਕਲੱਬਾਂ ਜਾਣ ਦਿੰਦੇ ਹਾਂ, ਨਾ ਅਸੀਂ ਪਾਰਕਾਂ 'ਚ ਜਾਣ ਦਿੰਦੇ। ਤਾਂ ਇਹਦਾ ਵਰਤਾਰਾ ਬਿਲਕੁਲ ਉਲਟ ਹੋਇਆ। ਚਾਹੀਦਾ ਕੀ ਸੀਗਾ ਕਿ ਅਸੀਂ ਖੁੱਲ੍ਹ ਕੇ ਵਿਚਰੀਏ, ਹੱਸੀਏ, ਉੱਚੀ ਹੱਸੀਏ, ਕਲਕਾਰੀਆਂ ਮਾਰ ਕੇ ਬੱਚੇ ਖੇਡਣ, ਥਾਂ 'ਤੇ ਗੇਮਾਂ ਖੇਡਣ। ਤੁਸੀਂ ਹੈਲਥ ਕਲੱਬਾਂ 'ਚ ਜਾਓ, ਜਿੰਮਾਂ 'ਚ ਜਾਓ, ਤੁਸੀਂ ਡਾਂਸ ਪਾਰਟੀਆਂ 'ਚ ਜਾਓ, ਤੁਸੀਂ ਵੱਧ ਤੋਂ ਵੱਧ ਖੁਸ਼ ਰਹੋ। ਤਾਂ ਖੁਸ਼ੀ ਜਿਹੜੀ ਹੁੰਦੀ ਹੈ ਉਹ ਜਿਹੜੀ ਅਤੇ ਜਿਹੜਾ ਤਣਾਅ ਤੋਂ ਬਚਣਾ ਜਿਹੜਾ ਇਹ ਬਹੁਤ ਜ਼ਰੂਰੀ ਹੁੰਦਾ। ਇਹ ਬਹੁਤ ਇਮਿਊਨਿਟੀ ਨੂੰ ਵਧਾਉਂਦਾ, ਇੱਕਦਮ ਇਮਿਊਨਿਟੀ ਨੂੰ ਵਧਾਉਂਦਾ। ਇਹ ਕੁਲਵੰਤ ਜੀ ਵੈਲ ਨੋਨ ਹੈ ਕਿ ਜਿਸ ਬੰਦੇ ਦੇ ਅੰਦਰ ਜਿੰਨੀ ਜਿਉਣ ਦੀ ਇੱਛਾ ਪ੍ਰਬਲ ਹੋਏਗੀ, ਉਨਾ ਹੀ ਜਿਉਏਗਾ ਉਹ। ਕੁਦਰਤ ਬੜੀ ਕਮਾਲ ਦੀ ਚੀਜ਼ ਹੈ। ਤੁਹਾਡੇ ਅੰਦਰ ਇੱਛਾ ਸ਼ਕਤੀ ਕਿੰਨੀ ਹੈ ਜਿਉਣ ਦੀ। ਇੱਛਾ ਸ਼ਕਤੀ ਕਦੋਂ ਆਉਂਦੀ ਹੈ? ਜਦੋਂ ਤੁਸੀਂ ਖੁਸ਼ ਅਤੇ
ਖੜਿਆਂ ਭਰਿਆ ਜੀਵਨ ਜਿਉ ਰਿਹਾ, ਤਾਂ ਹੀ ਇੱਛਾ ਸ਼ਕਤੀ ਆਊਗੀ ਨਾ। ਜਿਹੜੇ ਬੰਦੇ ਦੇ ਆਲੇ ਖੁਸ਼ੀ ਨਹੀਂ, ਉਹਦਾ ਬੰਦਾ ਕਹਿੰਦਾ ਯਾਰ ਮਰਨਾ ਹੀ ਚੰਗਾ, ਤੁਹਾਨੂੰ ਬੋਝ ਢੋ ਰਹੇ ਆ। ਕਿਉਂਕਿ ਜਦੋਂ ਜ਼ਿੰਦਗੀ ਬੰਦਾ ਜਿਉਂਦਾ ਤਾਂ 50 ਕਿਸਮ ਦੀਆਂ ਸਮੱਸਿਆਵਾਂ ਵੀ ਤਾਂ ਹੁੰਦੀਆਂ ਨਾ। ਤੁਹਾਨੂੰ ਕੰਮ ਕਰਨਾ ਪਊਗਾ, ਤੁਹਾਨੂੰ ਕੋਈ ਉੱਚਾ ਨੀਵਾਂ ਬੋਲੇਗਾ, ਕਦੇ ਬੌਸ ਨੇ ਗਾਲਾਂ ਕੱਢਤੀਆਂ, ਕਿਸੇ ਘਰ ਵਾਲੇ ਨੇ ਕੱਢਤੀਆਂ, ਕਿਸੇ ਤਾਂ ਉਹ ਨੈਗੇਟਿਵਿਟੀ ਵੀ ਹੁੰਦੀ ਹੈ। ਲੇਕਿਨ ਜੇ ਤੁਹਾਡੇ ਨਾਲ ਖੁਸ਼ੀ ਹੈਗੀ ਹੈ ਤਾਂ ਉਹ ਨੈਗੇਟਿਵਿਟੀ ਜਿਹੜੀ ਬਹੁਤ ਛੋਟੀ ਰਹਿ ਜਾਂਦੀ ਹੈ ਅਤੇ ਖੁਸ਼ੀ ਵੱਡੀ ਹੋ ਜਾਂਦੀ ਹੈ। ਲੇਕਿਨ ਤੁਹਾਡੀ ਜੇ ਖੁਸ਼ੀ ਤਾਂ ਹੈ ਨਹੀਂ ਗੀ, ਲੇਕਿਨ ਜਿਹੜਾ ਰੂਟੀਨ ਹੈ ਤੁਹਾਡਾ, ਉਹਦੇ 'ਚ ਬੋਰਡਮ ਅਤੇ ਡਲਨੈਸ ਹੈ, ਤਾਂ ਤੁਹਾਡਾ ਜੀ ਕਰੂਗਾ ਮਰ ਜਾਓ, ਛੱਡੋ ਪਰ ਕੀ ਹੈ ਫਾਲਤੂ। ਤਾਂ ਤੂੰ ਸੁਸਾਈਡ ਕਰ ਦਿੰਦੇ ਲੋਕ, ਸੁਸਾਈਡ ਹੀ ਕਰਦੇ ਲੋਕ। ਤਾਂ ਉਹ ਜਿਹੜੀ ਖੁਸ਼ੀ ਹੈ ਉਹ ਬੇਹੱਦ ਜ਼ਰੂਰੀ ਹੈ। ਉਹ ਖੁਸ਼ੀ ਇੱਕ ਬੜੀ ਕੁਦਰਤ ਦੀ ਦਿੱਤੀ ਹੋਈ ਦਾਤ ਹੈ ਸਾਨੂੰ, ਕਿ ਹਰ ਬੰਦਾ ਜਿਹੜਾ ਹੁੰਦਾ ਉਹ ਆਨੰਦ 'ਚ ਰਹਿਣ ਲਈ ਬਣਿਆ ਹੁੰਦਾ। ਸਾਡੀ ਕੁਦਰਤ ਨੇ ਸਾਨੂੰ ਦਿੱਤੀ ਇੱਕ, ਤੁਹਾਡਾ ਸਰੀਰ ਬਿਮਾਰ ਹੋਣ ਲਈ ਨਹੀਂ ਬਣਿਆ, ਤੁਹਾਡਾ ਮਨ ਆਨੰਦ ਵਾਸਤੇ ਬਣਿਆ, ਆਨੰਦ 'ਚ ਰਹਿਣ ਲਈ, ਖੁਸ਼ੀ 'ਚ ਰਹਿਣ ਲਈ। ਅਸੀਂ ਦੋਨੋਂ ਦਬਾਤੇ, ਦੋਨੋਂ ਦਾ ਕਤਲ ਕਰਤਾ, ਉਹ ਰੋਜ਼ ਕਤਲ ਹੋ ਰਿਹਾ। ਅਸੀਂ ਬੱਚਿਆਂ ਤੋਂ ਸਿਖਾਉਣਾ ਸ਼ੁਰੂ ਕਰਤਾ। ਬੱਚਿਆਂ ਨੂੰ ਅਸੀਂ ਇਹੋ ਜਿਹੀ ਲਾਈਫ ਦੇ ਰਹੇ ਹਾਂ ਜਿਹਦੇ ਅੰਦਰ ਅਸੀਂ ਖੁਸ਼ੀ ਨੂੰ ਨਹੀਂ, ਹੈਪੀਨੈਸ ਸੈਂਟਰਿਕ ਨਹੀਂ ਹੈ ਸਾਡਾ, ਉਹ ਮਟੀਰੀਅਲ ਸੈਂਟਰਿਕ ਹੈ। ਵੀ ਇੰਨੇ ਪੈਸੇ ਕਮਾ ਲਓ, ਇੰਨੀ ਕੋਠੀ ਬਣਾ ਲਓ, ਇੰਨੀ ਕਾਰ ਬਣਾ ਲਓ, ਇੰਨਾ ਮਾਰਾ ਮਾਰੀ। ਤਾਂ ਉਹ ਜਿਹੜੀ ਹੈਪੀਨੈਸ ਸੈਂਟਰ ਦੀ ਲਾਈਫ ਹੈ, ਉਹ ਹੈਪੀਨੈਸ ਸੈਂਟਰਿਕ ਚਾਹੀਦੀ ਹੈ ਕਿ ਖੁਸ਼ ਕਿੰਨੇ ਹੋ ਤੁਸੀਂ। ਤਾਂ ਉਹ ਕਿਤੇ ਨਾ ਕਿਤੇ ਖੁਸ਼ੀ ਜਿਹੜੀ ਹੈ ਉਹ ਚੌਥਾ ਥੰਮ ਹੈ। ਅਤੇ ਪੰਜਵਾਂ ਥੰਮ ਜਿਹੜਾ ਸਾਡੇ ਕੋਲ ਹੈਗਾ ਉਹ ਹੈਗੀ ਸਾਡੀਆਂ ਪੈਥੀਆਂ, ਕਿ ਤੁਸੀਂ ਮਦਦ ਲੈਣੀ ਹੈ। ਤੁਸੀਂ ਬਿਮਾਰ ਹੋ ਗਏ ਹੋ ਅਤੇ ਹੁਣ ਤੁਹਾਨੂੰ ਮਦਦ ਚਾਹੀਦੀ ਹੈ, ਅਤੇ ਫਿਰ ਤੁਸੀਂ ਮਦਦ ਕਿੱਥੋਂ ਲੈਣੀ ਹੈ, ਉਹ ਇੱਕ ਸਿਸਟਮ ਹੋਣਾ ਚਾਹੀਦਾ ਪੂਰਾ ਬਕਾਇਦਾ। ਸਮਾਜ ਦੇ ਅੰਦਰ ਸਰਕਾਰ ਨੂੰ ਇਹੋ ਜਿਹਾ ਸਿਸਟਮ ਬਣਾਉਣਾ ਚਾਹੀਦਾ ਜਿਹਦੇ ਅੰਦਰ ਮੁਫਤ, ਕਿਉਂਕਿ ਬਿਮਾਰ ਹੋਣ 'ਤੇ ਮਦਦ ਦੀ ਲੋੜ ਤਾਂ ਹਰ ਬੰਦੇ ਨੂੰ ਪੈਣੀ ਹੈ। ਜੇ ਤੁਸੀਂ ਬਿਮਾਰ ਹੋਣ 'ਤੇ ਬੰਦੇ ਦਾ ਲੁੱਟਿਆ ਪੁੱਟਿਆ ਜਾਣਾ, ਘਰ ਵਿਕ ਜਾਣਾ, ਜਾਂ ਸੋਨਾ ਵਿਕ ਜਾਣਾ, ਜਾਂ ਜ਼ਮੀਨ ਵਿਕ ਜਾਣੀ ਹੈ, ਤਾਂ ਲਾਹਨਤ ਇਹੋ ਜਿਹੇ ਸਮਾਜ 'ਤੇ, ਲਾਹਨਤ ਇਹੋ ਜਿਹੀ ਸਰਕਾਰਾਂ 'ਤੇ, ਲਾਹਨਤ ਇਹੋ ਜਿਹੇ ਪੋਲੀਟੀਕਲ ਪਾਰਟੀਆਂ 'ਤੇ। ਜਿਹੜਾ ਬੰਦਾ ਬਿਮਾਰ ਹੋ ਕੇ ਆਪਣੀ ਪ੍ਰਾਪਰਟੀ ਵੇਚਣ ਲਈ ਮਜਬੂਰ ਹੈ, ਮੈਂ ਸਮਝਦਾ ਕਿ ਉਹਦੇ ਜਿਹੜੇ ਪੋਲੀਟੀਸ਼ੀਅਨ ਨੇ, ਉਹਦੀਆਂ ਸਰਕਾਰਾਂ ਨੇ, ਉਹ ਖੁਦ ਕ੍ਰਿਮੀਨਲ ਨੇ। ਕਿ ਬਿਮਾਰ ਨੂੰ ਠੀਕ ਹੋਣਾ ਉਹਦਾ ਫੰਡਾਮੈਂਟਲ ਰਾਈਟ ਹੈ, ਉਹ ਸਿਹਤ ਫੰਡਾਮੈਂਟਲ ਰਾਈਟ ਹੈ ਤੁਹਾਡਾ। ਤਾਂ ਸਰਕਾਰ ਨੂੰ ਇੱਦਾਂ ਦੀਆਂ ਸਹੂਲਤਾਂ ਸਰਕਾਰੀ ਅਦਾਰਿਆਂ ਦੇ ਅੰਦਰ ਫ੍ਰੀ ਜਾਂ ਬਿਲਕੁਲ ਫ੍ਰੀ ਵਰਗੀਆਂ ਦੇਣੀਆਂ ਚਾਹੀਦੀਆਂ ਨੇ, ਤਾਂ ਕਿ ਹਰ ਬੰਦਾ ਬੜੇ ਆਰਾਮ ਦੇ ਨਾਲ, ਆਸਾਨੀ ਦੇ ਨਾਲ, ਬਿਨਾਂ ਕੋਈ ਆਪਣਾ ਲਾਸ ਕੀਤੇ, ਬਿਨਾਂ ਕੋਈ ਆਪਣਾ ਸੋਨਾ ਵੇਚੇ, ਜ਼ਮੀਨ ਵੇਚੇ, ਘਰ ਵੇਚੇ, ਕਰਜ਼ਾ ਲਏ, ਆਪਣਾ ਇਲਾਜ ਕਰਾ ਸਕੇ। ਅਤੇ ਉਹਦਾ ਤਰੀਕਾ ਅਸੀਂ ਬਹੁਤ ਸਾਲਾਂ ਤੋਂ ਇਹਨਾਂ ਨੂੰ ਕਹਿੰਦੇ ਹਾਂ। ਡਾਕਟਰਾਂ ਦੀ ਐਸੋਸੀਏਸ਼ਨ ਦੇ ਲੈਵਲ 'ਤੇ ਵੀ ਕਹਿੰਦੇ ਸੀ ਵੀ ਸਰਕਾਰੀ ਹਸਪਤਾਲਾਂ ਦੇ ਅੰਦਰ ਹਰ ਕਿਸਮ ਦੀ ਸਹੂਲਤ ਇੱਕ ਪ੍ਰੋਫੈਸ਼ਨਲ ਲੈਵਲ 'ਤੇ ਹੋਣੀ ਚਾਹੀਦੀ ਹੈ। ਉਹਦੇ ਅੰਦਰ ਜਿਹੜੇ ਅਸੀਂ ਪਿੰਡਾਂ ਤੋਂ ਲੈਵਲ ਤੋਂ ਲੈ ਕੇ ਵੀ ਦਿੰਦੇ ਰਹੇ ਹਾਂ ਕਿ ਛੋਟੇ ਛੋਟੇ ਕਲਸਟਰਸ ਜਿਹੜੇ ਪਿੰਡਾਂ ਦੇ ਨੇ, ਉੱਥੇ ਵੀ ਇੱਕ ਮਿੰਨੀ PSC ਦਾ ਜਿਹੜਾ ਕੰਸੈਪਟ ਹੈ ਕਿ ਉੱਥੇ ਹੀ ਸਾਰੀਆਂ ਸਹੂਲਤਾਂ ਲੈ ਕੇ ਤਾਂ ਵੱਡੇ ਮੈਡੀਕਲ ਕਾਲਜਾਂ ਤੱਕ ਸਹੂਲਤਾਂ ਹੋਣੀਆਂ ਚਾਹੀਦੀਆਂ ਜੀ, ਕਿ ਫ੍ਰੀ ਹੋਣ ਔਰ ਬਹੁਤ ਹਿਊਮਨਿਸਟਿਕ ਹੋਣ, ਬਹੁਤ ਹੀ ਪਿਆਰ ਨਾਲ, ਬਹੁਤ ਹੀ ਵਧੀਆ ਮਾਹੌਲ 'ਚ ਉਹਨਾਂ ਦਾ ਇਲਾਜ ਹੋਵੇ। ਕਿਉਂਕਿ ਵਧੀਆ ਮਾਹੌਲ ਹੋਊਗਾ ਤਾਂ ਹੀ ਇਲਾਜ ਵਧੀਆ ਹੋਏਗਾ। ਤਾਂ ਉਹ ਸਾਰਾ ਦਾ ਸਾਰਾ ਜਿਹੜਾ ਪੰਜਵਾਂ ਪਿਲਰ ਹੈ। ਤੁਸੀਂ 5 ਪਿਲਰ ਨੇ ਜਿਹਨੂੰ ਅਸੀਂ ਕਹਿੰਦੇ ਹੋਲਿਸਟਿਕ ਹੈਲਥ ਕੇਅਰ। ਅਤੇ ਹੋਲਿਸਟਿਕ ਹੈਲਥ ਕੇਅਰ ਜਿਹੜਾ ਹੈ, ਇਹ ਗੇਟਵੇ ਹੈ ਸਾਡੀ ਹੈਲਥ ਦਾ ਜਾਂ ਸਾਡੀ ਇਮਿਊਨਿਟੀ ਦਾ। ਅਤੇ ਕੀ ਲੱਗਦਾ ਕਿ ਜੇਕਰ ਬੰਦਾ ਇਹ 5 ਪਿਲਰਾਂ ਦੇ ਅਨੁਸਾਰ ਚੱਲਦਾ ਹੈ, ਇਮਿਊਨਿਟੀ ਜਿਹੜੀ ਹੈ ਬੰਦੇ ਦੀ ਸਟਰੋਂਗ ਹੁੰਦੀ ਹੈ। ਅਤੇ ਜਿਹੜੇ ਸਾਡੇ ਆਲੇ ਦੁਆਲੇ ਵਾਇਰਸਿਸ ਨੇ, ਜਿਹੜੇ ਅਸੀਂ ਜੇਕਰ ਇੰਡਸਟਰੀਅਲ ਫੂਡ ਦੇ ਤੌਰ ਦੇ ਉੱਤੇ ਵੀ, ਜੇਕਰ ਇੰਡਸਟਰੀਅਲ ਜਿਹੜੇ ਸਿਸਟਮ ਦੇ ਤੌਰ ਦੇ ਉੱਤੇ ਵੀ ਜੇਕਰ ਆਪਾਂ ਕੋਈ ਜਾਨਵਰ ਪਾਲਦੇ ਹਾਂ, ਜਾਂ ਇਸ ਤਰ੍ਹਾਂ ਦਾ ਕੋਈ ਸਾਡੇ ਮਹਾਂਮਾਰੀ ਵਰਗਾ ਮਾਹੌਲ ਪੈਦਾ ਹੁੰਦਾ, ਅਤੇ ਉਸ ਤੋਂ ਸਾਡਾ ਬਚਾਅ ਰਹੇਗਾ। ਬਿਲਕੁਲ, ਕੋਈ ਵੀ ਵਾਇਰਸ, ਕੋਈ ਬੈਕਟੀਰੀਆ, ਕੋਈ ਫੰਗਸ ਤੁਹਾਡਾ ਕੁਛ ਨਹੀਂ ਵਿਗਾੜ ਸਕਦੀ। ਜੇ ਤੁਹਾਡੇ ਅੰਦਰ ਤੁਹਾਡੀ ਬਾਡੀ ਦੀ ਇਮਿਊਨਿਟੀ ਠੀਕ ਹੈ, ਤੁਸੀਂ ਤੰਦਰੁਸਤ ਹੋ, ਤੰਦਰੁਸਤ ਬੰਦੇ ਦਾ ਕੋਈ ਇਮਿਊਨਿਟੀ ਨਹੀਂ ਵਿਗਾੜ ਸਕਦੀ ਸਮੇਂ ਤੋਂ ਪਹਿਲਾਂ। ਕਿਉਂਕਿ ਕੁਦਰਤ ਦਾ ਨਿਯਮ ਹੈ ਮੌਤ। ਮੌਤ ਕੁਦਰਤ ਦਾ ਇੱਕ ਅਟਲ ਨਿਯਮ ਹੈ। ਇੱਕ ਸਰਟਨ ਉਮਰ ਤੋਂ ਬਾਅਦ ਤੁਸੀਂ ਮਰਨਾ ਹੈ, ਅਤੇ ਜਦੋਂ ਮਰਨਾ ਹੈ ਤਾਂ ਉਦੋਂ ਇਹਨਾਂ ਸੂਖਸ਼ਮ ਜੀਵਾਂ ਨੇ ਆਪਣਾ ਰੋਲ ਪਲੇ ਕਰਨਾ ਹੈ। ਇਹਨਾਂ ਕੋਲ ਸ਼ਿਵ ਦਾ ਰੋਲ ਹੈ, ਇਹਨਾਂ ਕੋਲ ਬ੍ਰਹਮਾ ਦਾ ਰੋਲ ਵੀ ਹੈ, ਵਿਸ਼ਨੂੰ ਦਾ ਰੋਲ ਵੀ ਹੈ, ਅਤੇ ਸ਼ਿਵ ਦਾ ਰੋਲ ਵੀ ਹੈ ਨਾ ਇਹਨਾਂ ਕੋਲ। ਸ਼ਿਵ ਦਾ ਰੋਲ ਜਦੋਂ ਇਹਨਾਂ ਨੇ ਪਲੇ ਕਰਨਾ, ਤਾਂ ਇਹਨਾਂ ਨੇ ਤੁਹਾਨੂੰ ਤੁਹਾਡੇ ਬਾਡੀ ਨੂੰ ਵਾਪਸ 5 ਤੱਤਾਂ 'ਚ ਮਿਲਾਉਣਾ, ਉਹ ਵੀ ਇਹਨਾਂ ਦਾ ਰੋਲ ਹੈ। ਅਤੇ ਉਹ ਜੇ ਉਮਰ ਪੂਰੀ ਭੋਗਣ ਤੋਂ ਬਾਅਦ ਬੰਦਾ ਜਦੋਂ ਮਰਦਾ ਹੈ ਕਿਸੇ ਨਾ ਕਿਸੇ ਇਹੋ ਜਿਹੀ ਬਿਮਾਰੀ ਨਾਲ, ਤਾਂ ਉਹ ਕੋਈ ਅਜੀਬ ਗੱਲ ਨਹੀਂ ਹੋਣੀ ਚਾਹੀਦੀ। ਉਸ ਵੇਲੇ ਸਾਨੂੰ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹਦੀ ਲਾਈਫ ਪੂਰੀ ਹੋ ਜਾਵੇ, ਉਮਰ ਤੋਂ ਪਹਿਲਾਂ ਨਾ ਮਰੇ ਕੋਈ। ਉਹ ਉਮਰ ਕਿੰਨੀ ਹੈ? ਉਹ 100 ਸਾਲ ਹਰ ਮਨੁੱਖ ਨੂੰ ਜਿਉਣਾ ਬੇਹੱਦ ਜਿਹੜਾ ਹੈ ਉਹ ਵਿਗਿਆਨਕ ਤੌਰ 'ਤੇ ਸਹੀ ਹੈ। ਕਿਉਂਕਿ ਵਿਗਿਆਨ ਕਹਿੰਦਾ ਹੈ ਕਿ ਸਰੀਰ ਜਿਹੜਾ ਹੈ ਉਹ 140 ਸਾਲ ਤੱਕ ਬਣਿਆ ਜਿਉਣ ਲਈ, 140 ਸਾਲ ਤੱਕ। ਚਲੋ 40 ਸਾਲ ਤੁਸੀਂ ਲੇਖੇ ਲਾ ਦਿਓ, ਹਵਾ ਪੋਲੂਟਡ ਹੈ, ਪਾਣੀ ਪੋਲੂਟਡ ਹੈ, ਥੋੜ੍ਹੇ ਬਹੁਤੇ ਸਾਲ ਉੱਧਰੋਂ ਘਟਾ ਲਓ, ਤਾਂ ਕਮ ਸੇ ਕਮ 100 ਤੋਂ ਪਹਿਲਾਂ ਤਾਂ ਨਾ ਮਰੇ ਕੋਈ ਬੰਦਾ। ਲੇਕਿਨ ਅੱਜ ਕੀ ਹਾਲਤ ਹੈ? 70 ਸਾਲ 'ਤੇ ਅੱਧੇ ਤੋਂ ਵੱਧ ਬੰਦੇ ਲੁੜਕ ਰਹੇ ਆ। 70 'ਤੇ ਮਰਨਾ ਤਾਂ ਜਿਹੜਾ ਕਿਸੇ ਸਮਾਜ ਦੇ ਅੰਦਰ ਬਹੁਤ ਹੀ ਗਲਤ ਹੈ ਨਾ। ਕਿਉਂਕਿ ਇਹ ਜਿਹੜੇ 70 'ਤੇ ਜਿਹੜੇ ਬੰਦੇ ਹੁੰਦੇ ਆ, ਇਹ ਐਵੇਂ ਦੇਖਣ ਨੂੰ ਲੱਗਦੇ ਆ ਵੀ ਯੂਜ਼ਲੈਸ ਜਿਹੇ ਹੋ ਗਏ ਆ। ਇਹ ਬੰਦੇ ਬਹੁਤ ਕੰਮ ਦੇ ਹੁੰਦੇ ਆ। ਇਹਨਾਂ ਨੇ ਸਾਰਾ ਆਪਣੀ ਜ਼ਿੰਦਗੀ ਦਾ ਤਜਰਬਾ ਆਪਣੇ ਅੱਗੇ ਪੁੱਤਾਂ ਨੂੰ ਦੇ ਕੇ ਜਾਣਾ ਹੁੰਦਾ, ਅਤੇ ਉਹ ਦਿੰਦੇ ਆ। ਉਹਨਾਂ ਦੀ ਹਰ ਘਰ ਦੇ ਅੰਦਰ ਇੱਕ ਜਿਹੜਾ ਉਹ ਟਰਾਂਸਮਿਟ ਹੋ ਰਿਹਾ ਹੁੰਦਾ। ਉਹਦੇ ਹਰ ਘਰ ਜਿਹੜਾ ਯੂਨੀਵਰਸਿਟੀ ਹੈ,
ਹਰ ਘਰ ਦੇ ਜਿਹੜਾ ਬਜ਼ੁਰਗ ਹੈ ਉਹ ਆਪਣੇ ਪੋਤੇ ਪੋਤੀਆਂ ਨੂੰ, ਬੱਚਿਆਂ ਨੂੰ ਤੇ ਬਾਕੀ ਆਲੇ ਦੁਆਲੇ ਸਮਾਜ ਦੇ ਅੰਦਰ ਇੱਕ ਉਹ ਚੀਜ਼ ਦਿੰਦਾ ਜਿਹੜੀ ਉਹਨੇ ਸਿੱਖੀ ਹੁੰਦੀ ਤੇ ਜਿਹੜੀ ਅੱਗੇ ਜਾਣੀ ਹੁੰਦੀ ਹੈ। ਤੇ ਉਹ ਬਹੁਤ ਹੀ ਯੂਜ਼ਫੁਲ ਬੰਦੇ ਨੇ ਉਹ ਜਿਹੜੇ ਬਜ਼ੁਰਗ ਹੁੰਦੇ ਸਾਡੇ। ਠੀਕ ਆ ਵੀ ਉਹ ਭਾਰੀ ਕੰਮ ਨਹੀਂ ਕਰ ਸਕਦੇ, ਲੇਕਿਨ ਉਹ ਜਿਹੜਾ ਕੰਮ ਉਹ ਕਰ ਰਹੇ ਹੁੰਦੇ ਆ ਉਹ ਕੰਮ ਦੀ ਮਹੱਤਤਾ ਘੱਟ ਨਹੀਂ ਹੈਗੀ। ਤੇ ਇਸ ਕਰਕੇ ਬਜ਼ੁਰਗਾਂ ਨੂੰ ਬਚਾ ਕੇ ਰੱਖਣਾ ਤੇ ਬਜ਼ੁਰਗਾਂ ਨੂੰ ਕੋਸ਼ਿਸ਼ ਕਰਨੀ ਕਿ ਵੱਧ ਤੋਂ ਵੱਧ ਲੰਬੀ ਉਮਰ ਜਿਉਣ, ਕਿਉਂਕਿ ਤਾਂ ਕਿ ਉਹ ਆਪਣੀ ਜ਼ਿੰਦਗੀ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਅਗਲੀ ਪੀੜ੍ਹੀ ਵਾਸਤੇ ਇੱਕ ਧਰੋਹਰ ਦੇ ਤੌਰ ਤੇ, ਇੱਕ ਵਿਰਾਸਤ ਦੇ ਤੌਰ ਤੇ ਇੱਕ ਵਧੀਆ ਢੰਗ ਨਾਲ ਛੱਡ ਕੇ ਜਾਣ, ਤਾਂ ਕਿ ਉਹ ਵਿਰਾਸਤ ਅੱਗੇ ਦੀ ਅੱਗੇ ਚੱਲਦੀ ਰਹੇ। ਤੇ ਇਸ ਕਰਕੇ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਸਮੇਂ ਤੋਂ ਪਹਿਲਾਂ ਬੰਦਾ ਕੋਈ ਨਾ ਮਰੇ। 100 ਵੀ ਅਸੀਂ ਟਾਰਗੇਟ ਰੱਖ ਲਈ ਇਸ ਵੇਲੇ ਕਿ 100 ਤੋਂ ਪਹਿਲਾਂ ਬੰਦਾ ਮਰਨਾ ਜਿਹੜਾ ਬਹੁਤ ਹੀ ਅਨਨੈਚੁਰਲ ਹੈ। ਤਾਂ ਇਹ ਅਸੀਂ ਬੜੀ ਆਰਾਮ ਨਾਲ ਅਚੀਵ ਕਰ ਸਕਦੇ ਹਾਂ, ਕੋਈ ਔਖਾ ਨਹੀਂ ਹੈ ਜੇ ਅਸੀਂ ਇਹ 5 ਪਿਲਰ ਜਿਹੜੇ ਨੇ ਹੋਲਿਸਟਿਕ ਹੈਲਥ ਦੇ ਅਗਰ ਢੰਗ ਨਾਲ ਅਡਾਪਟ ਕਰ ਲਈਏ ਤਾਂ ਮੈਨੂੰ ਨਹੀਂ ਲੱਗਦਾ ਕਿ 100 ਸਾਲ ਤੋਂ ਪਹਿਲਾਂ ਕੋਈ ਮਰਨ ਦੀ ਲੋੜ ਹੋਗੀ। ਤਾਂ ਕੋਈ ਬੈਕਟੀਰੀਆ ਵਾਇਰਸ ਤੁਹਾਡਾ ਕੁਝ ਨਹੀਂ ਵਿਗਾੜ ਸਕਦੇ। ਸੋ ਡਾਕਟਰ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸੋ ਸਾਨੂੰ ਡਾਕਟਰ ਅਮਰ ਸਿੰਘ ਆਜ਼ਾਦ ਜਿਨ੍ਹਾਂ ਨੇ ਸਾਨੂੰ ਸਾਡਾ ਸਰੀਰ ਬਿਮਾਰ ਕਿਉਂ ਹੁੰਦਾ, ਸਾਡੇ ਸਰੀਰ ਦੇ ਅੰਦਰ ਵਾਇਰਸ ਕਿਉਂ ਐਂਟਰ ਕਰ ਜਾਂਦਾ, ਇਨਫੈਕਸ਼ਨ ਕਿਉਂ ਹੋ ਜਾਂਦੀ ਹੈ, ਲਾਗ ਕਿਉਂ ਲੱਗ ਜਾਂਦੀ ਹੈ, ਸਾਨੂੰ ਕੀ ਕਾਰਨ ਇਹੋ ਜਿਹੇ ਹੁੰਦੇ ਨੇ ਜਿਹੜਾ ਕਿ ਦੂਸਰੇ ਦਾ ਵਾਇਰਸ, ਦੂਸਰੇ ਦੇ ਸਰੀਰ ਦੇ ਵਿੱਚ ਆਇਆ ਵਾਇਰਸ ਜਾਂ ਹਵਾ ਦੇ ਵਿੱਚ ਆਇਆ ਵਾਇਰਸ ਸਾਡੇ ਸਰੀਰ ਦੇ ਅੰਦਰ ਜਾਂਦਾ ਅਤੇ ਸਾਨੂੰ ਬਿਮਾਰ ਕਰ ਜਾਂਦਾ। ਅਤੇ ਉਸ ਤੋਂ ਬਚਣ ਲਈ ਸਾਨੂੰ ਕੀ ਕਰਨਾ ਚਾਹੀਦਾ, ਕਿਵੇਂ ਸਾਨੂੰ ਸਾਡਾ ਆਲਾ ਦੁਆਲਾ ਜਿਹੜਾ ਤੰਦਰੁਸਤ ਕਰਨਾ ਪਏਗਾ, ਕਿਵੇਂ ਸਾਨੂੰ ਜਿਹੜੇ ਇੰਡਸਟਰੀਅਲ ਫੂਡ ਤੋਂ ਛੁਟਕਾਰਾ ਪਾਉਣਾ ਪਏਗਾ, ਕਿਵੇਂ ਸਾਨੂੰ ਸਾਡੇ ਜਿਹੜੇ ਪਾਲਤੂ ਜਾਨਵਰ ਨੇ ਉਹਨਾਂ ਨੂੰ ਵੀ ਜਿਹੜਾ ਖੁੱਲ੍ਹਾ ਵਾਤਾਵਰਨ, ਖੁੱਲ੍ਹਾ ਮਾਹੌਲ ਦੇਣਾ ਪਏਗਾ, ਤਾਂ ਕਿ ਜੇਕਰ ਅਸੀਂ ਉਹਨਾਂ ਤੋਂ ਕੁਝ ਹਾਸਲ ਵੀ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਉਹ ਤੰਦਰੁਸਤੀ ਹਾਸਲ ਹੋਵੇ ਉਹਨਾਂ ਤੋਂ ਵੀ, ਨਾ ਕਿ ਸਾਨੂੰ ਉਹਨਾਂ ਤੋਂ ਬਿਮਾਰੀ ਸਾਡੇ ਸਰੀਰ ਦੇ ਵਿੱਚ ਐਂਟਰ ਕਰੇ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ, ਤਾਂ ਕਿ ਇਸ ਦਾ ਫਾਇਦਾ ਹੋਰਾਂ ਨੂੰ ਵੀ ਹੋ ਸਕੇ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।